ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੁ ਅੰਗਦ ਦੋਖ ਨਿਕੰਦਨ ਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ। ਦਾਸ ਗੁਣ ਗਾਵੋ ਗੁਰ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਗੁਰ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੂੰ ਧਰਾ ਫਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਉ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਥਾ ਸ਼ਾਹ ਕੇ ਸੂਬੇ ਤੀਨਾ। तीनों थल को पठवन कीन। तब तिनको सिखिया सिखराई। तीनों मिलो परस पर जाई। जथा शाह के सूबे तीन। वाहिगुरु जी का खालसा वाहिगुरु जी की फतेह। ਜੁਗੋ ਜੁਗ ਅਟਲ ਚੌਰ ਛਤਰ ਤਖਤ ਜੀ ਦੇ ਮਾਲਕ। ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਥ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ।
ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀਆਂ ਨੇ। ਸੋ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਭਾਈ ਭਾਨੂ ਸੁਗੜ ਤੇ ਜਗਨਾਨੰਦ ਇਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ, ਆ ਕੇ ਨਮਸਕਾਰ ਕੀਤੀ ਹੈ। ਸਤਿਗੁਰਾਂ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਅਸੀਂ ਯਤਨ ਕਰਦੇ ਹਾਂ ਕਿ ਮਨ ਨੂੰ, ਇੰਦਰੀਆਂ ਨੂੰ ਰੋਕ ਕੇ ਸਿਮਰਨ ਕਰੀਏ, ਚਾਹੁੰਦੇ ਹਾਂ ਕਿ ਸਾਡੀ ਲਿਵ ਲੱਗ ਜਾਵੇ, ਪਰ ਕੁਝ ਸਮਾਂ ਬਿਰਤੀ ਜੁੜਦੀ ਹੈ, ਬਾਅਦ ਵਿੱਚ ਫਿਰ ਇਹ ਬਿਰਤੀ ਪਦਾਰਥਾਂ ਵੱਲ ਦੌੜਦੀ ਹੈ। ਆਪ ਜੀ ਕਿਰਪਾ ਕਰੋ, ਐਸਾ ਉਪਦੇਸ਼ ਦੇਵੋ ਜਿਹਦੇ ਨਾਲ ਸਾਡੀ ਬਿਰਤੀ ਇਕਾਗਰ ਹੋ ਜਾਵੇ। ਮਹਾਰਾਜ ਜੀ ਨੇ ਉੱਤਰ ਦਿੱਤਾ। ਗੁਰਦੇਵ ਕਹਿੰਦੇ ਹਨ, ਮਨ ਵਸ ਆਉਣ ਦੇ ਨਾਲ ਵਾਸ਼ਨਾਵਾਂ ਸ਼ੈ ਹੁੰਦੀਆਂ ਨੇ, ਵਾਸ਼ਨਾਵਾਂ ਦਾ ਖਾਤਮਾ ਹੁੰਦਾ ਹੈ। ਜਦੋਂ ਵਾਸ਼ਨਾਵਾਂ ਅੰਦਰੋਂ ਮੁੱਕ ਜਾਣ ਤੇ ਫਿਰ ਜੀਵ ਦੀ ਨੇੜਤਾ ਬ੍ਰਹਮ ਦੇ ਨਾਲ ਹੁੰਦੀ ਹੈ। ਇਹਨਾਂ ਸਿੱਖਾਂ ਨੇ ਸੁਣ ਕੇ ਸਤਿਗੁਰਾਂ ਤੋਂ ਫਿਰ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਦੱਸੋ ਕਿ ਮਨ ਵਸ ਕਿਸ ਤਰ੍ਹਾਂ ਆਵੇ। ਤੇ ਮਹਾਰਾਜ ਜੀ ਨੇ ਉੱਤਰ ਦਿੱਤਾ। ਗੁਰਦੇਵ ਕਹਿੰਦੇ, ਇਹ ਪ੍ਰਾਣ ਮਨ ਦਾ ਘੋੜਾ ਹਨ। ਜਿਹੜੇ ਜੀਵ ਕੋਲ ਸਵਾਰੀ ਹੋਵੇ ਤੇ ਉਹ ਝੱਟ ਇੱਧਰ ਨੂੰ ਦੌੜਦਾ, ਉੱਧਰ ਨੂੰ ਦੌੜਦਾ ਹੈ, ਪਰ ਜੇ ਉਹ ਮੂੰਹ ਜ਼ੋਰ ਘੋੜੇ ਨੂੰ ਲਗਾਮ ਪਾਈ ਹੋਵੇ ਤੇ ਫਿਰ ਉਹ ਘੋੜਾ ਜੀਵ ਦੇ ਵਸ ਵਿੱਚ ਰਹਿੰਦਾ ਹੈ। ਇਸੇ ਤਰ੍ਹਾਂ ਇਹ ਪ੍ਰਾਣਾਂ ਦੇ ਨਾਲ ਮਨ ਚੰਚਲ ਹੁੰਦਾ ਹੈ, ਪਰ ਜੇ ਪ੍ਰਾਣਾਂ ਨੂੰ ਬਾਣੀ ਦਾ ਆਧਾਰ ਦਈਏ, ਬਾਣੀ ਦਾ ਆਸਰਾ ਦਈਏ, ਤੇ ਫਿਰ ਇਹ ਦੌੜਦਾ ਹੋਇਆ ਮਨ ਵੀ ਟਿਕਾ ਵਿੱਚ ਆ ਜਾਂਦਾ ਹੈ। ਕਿਉਂਕਿ ਇੱਕ ਵੀ ਸਵਾਸ ਜਿਹੜਾ ਹੈ ਉਹ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਕਿ ਗੁਰਬਾਣੀ ਅਨੁਸਾਰ ਸਿਮਰਨ ਦਾ ਅਭਿਆਸ ਕਰੇ, ਇੱਕ ਵੀ ਸਵਾਸ ਖਾਲੀ ਨਾ ਜਾਵੇ, ਤੇ ਫਿਰ ਇਹ ਮਨ ਟਿਕਾ ਵਿੱਚ ਆਉਂਦਾ ਹੈ। ਤੇ ਮਹਾਰਾਜ ਕਹਿੰਦੇ, ਜਦੋਂ ਮਨ ਟਿਕਾ ਵਿੱਚ ਆਇਆ ਤੇ ਫਿਰ ਜੀਵ ਦੀਆਂ ਵਾਸ਼ਨਾਵਾਂ ਜਿਹੜੀਆਂ ਨੇ ਉਹ ਸ਼ੈ ਹੋ ਜਾਂਦੀਆਂ ਨੇ। ਕਿਉਂਕਿ ਮਨ ਦੇ ਫੁਰਨੇ ਕਰਕੇ ਹੀ ਵਾਸ਼ਨਾਵਾਂ ਜਨਮ ਲੈਂਦੀਆਂ ਹਨ। ਜਦੋਂ ਮਨ ਵਸ ਵਿੱਚ ਆਇਆ, ਵਾਸ਼ਨਾਵਾਂ ਮੁੱਕ ਗਈਆਂ, ਤੇ ਫਿਰ ਗੁਰਦੇਵ ਕਹਿੰਦੇ ਜੀਵ ਦੀ ਨੇੜਤਾ ਬ੍ਰਹਮ ਦੇ ਨਾਲ ਹੁੰਦੀ। ਮਨ ਸਿਮਰਨ ਦੇ ਨਾਲ ਵਸ ਵਿੱਚ ਆਉਂਦਾ ਹੈ, ਤੇ ਫਿਰ ਇਹ ਸਾਰੇ ਪਦਾਰਥ ਜਿਹੜੇ ਹਨ ਇਹ ਝੂਠੇ ਜਾਣੇ। ਸੰਸਾਰ ਵੀ ਇੱਕ ਝੂਠਾ ਹੈ, ਕਿਉਂਕਿ ਦਿਸਦਾ ਤੇ ਹੈ ਪਰ ਅਸਲ ਵਿੱਚ ਇਹ ਸੱਚ ਨਹੀਂ। ਇਸ ਤਰ੍ਹਾਂ ਮਹਾਰਾਜ ਕਹਿੰਦੇ, ਜਾਣੇ ਤੇ ਅਕਲ ਪਦਾਰਥ ਝੂਠੇ ਜਾਣੇ, ਤਬਹੁ ਹੋਤ ਵਾਸ਼ਨਾ ਹਾਨੇ। ਉਦੋਂ ਇਹ ਵਾਸ਼ਨਾ ਨਾਸ਼ ਹੁੰਦੀ ਹੈ, ਕਿਉਂਕਿ ਜਿੰਨਾ ਚਿਰ ਪਦਾਰਥਾਂ ਨੂੰ ਸੱਚ ਸਮਝਿਆ ਉਹਨਾਂ ਚਿਰ ਵਾਸ਼ਨਾਵਾਂ ਨੇ ਹੋਰ ਜਨਮ ਲਿਆ। ਪਰ ਜਦੋਂ ਇਹ ਪਦਾਰਥ ਹੀ ਝੂਠੇ ਲੱਗਣ ਲੱਗੇ, ਆਪਾਂ ਦੇਖਦੇ ਹੀ ਹਾਂ, ਜੇ ਸੱਚ ਜਾਣ ਕੇ ਫੜਿਆ ਸੀ, ਕੌਣ ਚਾਹੁੰਦਾ ਸੀ ਇਹਨਾਂ ਪਦਾਰਥਾਂ ਨੂੰ ਛੱਡਣਾ, ਘਰ-ਬਾਰ ਨੂੰ ਛੱਡਣਾ, ਪਰ ਕੁਦਰਤ ਦਾ ਐਸਾ ਕਹਿਰ ਚੱਲਿਆ ਕਿ ਚੰਗੇ ਚੰਗੇ ਜਿਹੜੇ ਜੀਵ ਸਨ, ਉਹਨਾਂ ਦੇ ਚੰਗੇ ਚੰਗੇ ਕਾਰੋਬਾਰ, ਘਰ-ਬਾਰ ਸਨ, ਪਰ ਸਭ ਕੁਝ ਉੱਥੇ ਧਰਾਏ ਰਹਿ ਗਏ। ਉਹਨਾਂ ਘਰਾਂ ਨੂੰ ਛੱਡ ਕੇ ਬਾਹਰ ਆਉਣਾ ਪਿਆ। ਇਸ ਕਰਕੇ ਪਦਾਰਥ ਹੈ ਹੀ ਝੂਠੇ ਹਨ। ਇਹਨਾਂ ਕਰਕੇ ਜੀਵ ਦੇ ਅੰਦਰ ਵਾਸ਼ਨਾਵਾਂ ਜਨਮ ਲੈਂਦੀਆਂ ਨੇ। ਗੁਰਦੇਵ ਕਹਿੰਦੇ, ਜਦੋਂ ਪਦਾਰਥ ਝੂਠੇ ਲੱਗਣ ਲੱਗੇ ਤੇ ਫਿਰ ਵਾਸ਼ਨਾ ਅੰਦਰੋਂ ਨਾਸ਼ ਹੁੰਦੀ ਹੈ। ਤੇ ਫਿਰ ਅੱਗੇ ਗੁਰਦੇਵ ਕਹਿੰਦੇ ਹਨ ਕਿ ਬੁੱਧੀ ਇਹ ਜਾਣ ਲਵੇ, ਤੇ ਫਿਰ ਇੰਦਰੇ ਜਿਹੜੇ ਹਨ, ਥੂਲ ਨ ਤਿਸਕੋ ਲਹੈ, ਇਹ ਇੰਦਰੇ ਜਿਹੜੇ ਨੇ ਫਿਰ ਇਹ ਸਰੀਰ ਨੂੰ ਜਿਹੜਾ ਹੈ, ਇੰਦਰੀਆਂ ਨੂੰ ਸੱਚ ਨਾ ਜਾਣੇ, ਤੇ ਫਿਰ ਹੀ ਬ੍ਰਹਮ ਦੀ ਨੇੜਤਾ ਮਿਲਦੀ ਹੈ। ਜਦੋਂ ਇੰਦਰੀਆਂ ਨੂੰ ਆਪਣੇ ਸਰੀਰ ਦੇ ਨਾਲ ਜਾਣਿਆ ਤੇ ਫਿਰ ਇੰਦਰੀਆਂ ਦੇ ਨਾਲ ਹੀ ਜੀਵ ਜਿਹੜਾ ਉਹ ਵਿਕਾਰੀ ਹੁੰਦਾ ਹੈ। ਇਸ ਕਰਕੇ ਇਹਨਾਂ ਨੂੰ ਸਰੀਰ ਦੇ ਤੋਂ ਵੱਖਰਾ ਜਾਣੇ ਤੇ ਫਿਰ ਉਹ ਬ੍ਰਹਮ ਦੀ ਨੇੜਤਾ ਮਿਲਦੀ ਹੈ। ਮਹਾਰਾਜ ਕਹਿੰਦੇ ਤਿੰਨਾਂ ਦੀ ਆਪਸ ਵਿੱਚ ਨੇੜਤਾ ਹੈ। ਉਹ ਕਿਸ ਤਰ੍ਹਾਂ ਹੈ, ਅੱਗੇ ਗੁਰੂ ਸਾਹਿਬ ਜੀ ਨੇ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਹੈ।
ਆਓ ਜਿਸ ਤਰ੍ਹਾਂ की कथा आ रही है मन बिरतियाँ एकाग्र करके ਸਰਵਣ ਕਰਕੇ ਲਾਭ ਪ੍ਰਾਪਤ ਕਰੀਏ। ਕਰੋ ਕਿਰਪਾ ਦਿਓ ਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਥਾ ਸ਼ਾਹੋ ਕੇ ਸੂਬੇ ਤੀਨ। ਜਿਸ ਤਰ੍ਹਾਂ ਕਿਸੇ ਬਾਦਸ਼ਾਹ ਦੇ ਤਿੰਨ ਸੂਬੇ ਹੋਣ, ਤੀਨੋਂ ਥਲ ਕੋ ਪਠਵਨ ਕੀਨ। ਫਿਰ ਬਾਦਸ਼ਾਹ ਨੇ ਉਹਨਾਂ ਤਿੰਨਾਂ ਸੂਬਿਆਂ ਨੂੰ ਤਿੰਨਾਂ ਥਾਵਾਂ ਦੇ ਉੱਤੇ ਭੇਜਿਆ ਹੋਵੇ, ਤਬ ਤਿਨ ਕੋ ਸਿੱਖਿਆ ਸਿਖਰਾਈ। ਫਿਰ ਉਹਨਾਂ ਸੂਬਿਆਂ ਨੂੰ ਇਹ ਸਿੱਖਿਆ ਦਿੱਤੀ ਹੋਵੇ ਬਾਦਸ਼ਾਹ ਨੇ, ਤੀਨੋਂ ਮਿਲੋ ਪਰਸ ਪਰ ਜਾਈ। ਕਿ ਤੁਸੀਂ ਤਿੰਨੇ ਆਪਸ ਵਿੱਚ ਮਿਲ ਕੇ ਰਹੋ, ਦੁਸ਼ਮਨ ਬਲੀ ਅਹੈ ਸਮੁਦਾਈ। ਕਿਉਂਕਿ ਜਿਹੜੇ ਅੱਗੇ ਦੁਸ਼ਮਣ ਹਨ ਉਹ ਬਹੁਤ ਬਲੀ ਨੇ, ਤੇ ਜੇ ਇਹਨਾਂ ਬਲੀ ਦੁਸ਼ਮਣਾਂ ਦੇ ਉੱਤੇ ਜਿੱਤ ਪਾਉਣੀ ਹੈ ਨਾ, ਤੇ ਫਿਰ ਤੁਸੀਂ ਸਾਰੇ ਇੱਕ ਥਾਂ ਤੇ ਇਕੱਠੇ ਹੋਵੋ, ਇਕੱਠੇ ਹੋ ਕਰਕੇ ਵੈਰੀ ਦੇ ਉੱਤੇ ਚੜ੍ਹਾਈ ਕਰੋ। ਪ੍ਰਥਮ ਸਰੰਦ ਕਰੋ ਤਕਰਾਈ। ਸਭ ਤੋਂ ਪਹਿਲਾਂ ਸਰਹੰਦ ਦੇ ਉੱਤੇ ਤੁਸੀਂ ਆਪਣੀ ਤਕੜਾਈ ਕਰੋ। ਪੁਨ ਤੀਨੋਂ ਲਵਪੁਰ ਕੋ ਸਾਧ। ਫਿਰ ਤੁਸੀਂ ਤਿੰਨੇ ਪਹਿਲਾਂ ਸਰਹੰਦ ਨੂੰ ਜਿੱਤੋ ਤੇ ਫਿਰ ਲਾਹੌਰ ਨੂੰ ਜਾ ਕਰਕੇ ਜਿੱਤ ਲਓ। ਤਸਕਰ ਦੁਸ਼ਟ ਲਿਹੋ ਸਭ ਬਾਂਧ। ਜਿੰਨੇ ਵੀ ਚੋਰ ਹਨ, ਵੈਰੀ ਹਨ, ਸਾਰਿਆਂ ਨੂੰ ਕੈਦ ਕਰ ਲਓ। ਪੁਨ ਤੀਨੋਂ ਕਸ਼ਮੀਰ ਸਦਾਵੋ। ਫਿਰ ਤੁਸੀਂ ਤਿੰਨੇ ਸੂਬੇ ਕਸ਼ਮੀਰ ਨੂੰ ਜਾਵੋ, ਤਿਸ ਕੋ ਸਾਧੋ ਆਪਨ ਬਣਾਵੋ। ਉਹਨੂੰ ਵੀ ਸਾਧ ਕੇ ਜਿੱਤ ਕੇ ਤੇ ਆਪਣਾ ਬਣਾ ਲਓ। ਪੁਨ ਤੀਨੋਂ ਗਮਨੋ ਹੋਏ ਜੁਦੇ। ਫਿਰ ਤਿੰਨੇ ਤੁਸੀਂ ਵੱਖਰੇ ਵੱਖਰੇ ਹੋ ਜਾਵੋ। ਤ੍ਰੈਪੁਰ ਕਰੇ ਰਾਜ ਸ਼ੁਭ ਤਦੇ। ਤੇ ਤਿੰਨੇ ਜਣੇ ਫਿਰ ਚੰਗਾ ਜਿਹੜਾ ਰਾਜ ਭਾਗ ਹੈ ਉਹ ਭੋਗੋ। ਜਿਸ ਤਰ੍ਹਾਂ ਕੋਈ ਬਾਦਸ਼ਾਹ ਹੋਵੇ ਤੇ ਤਿੰਨ ਇਲਾਕਿਆਂ ਨੂੰ ਨੇ ਜਿੱਤਣਾ ਹੈ, ਤੇ ਆਪਣੇ ਸੂਬਿਆਂ ਨੂੰ ਕਿਹਾ ਕਿ ਤੁਸੀਂ ਤਿੰਨੇ ਪਹਿਲਾਂ ਇਕੱਠੇ ਹੋਵੋ, ਆਪਣੀਆਂ ਫੌਜਾਂ ਨਾਲ ਲਓ। ਪਹਿਲਾਂ ਤੁਸੀਂ ਸਰਹੰਦ ਨੂੰ ਚੜ੍ਹਾਈ ਕਰੋ, ਸਰਹੰਦ ਜਿੱਤ ਕੇ ਫਿਰ ਲਾਹੌਰ, ਤੇ ਲਾਹੌਰ ਤੋਂ ਫਿਰ ਕਸ਼ਮੀਰ ਨੂੰ ਜਾਓ। ਜਦੋਂ ਤਿੰਨੇ ਇਲਾਕੇ ਜਿੱਤ ਲਓ, ਜਿਹੜੇ ਵੈਰੀ ਨੇ ਉਹਨਾਂ ਨੂੰ ਤੁਸੀਂ ਕੈਦ ਵਿੱਚ ਪਾਓ। ਫਿਰ ਤੁਸੀਂ ਵੱਖਰੇ ਵੱਖਰੇ ਹੋ ਕੇ ਉਹਨਾਂ ਇਲਾਕਿਆਂ ਵਿੱਚ ਰਾਜ ਕਰੋ। ਜੁਦੇ ਜੁਦੇ ਜੇ ਪ੍ਰਥਮ ਸਿਧਾਰੋ। ਹਾਂ, ਫਿਰ ਤੁਸੀਂ ਵੱਖਰੇ ਵੱਖਰੇ ਹੋ ਕੇ ਆਪਣੀ ਜਗ੍ਹਾ ਤੇ ਚਲੇ ਜਾਵੋ। ਹੋਏ ਨਾ ਵਿਜੈ ਕਾਜ ਉਰ ਧਾਰੋ। ਜੇ ਤੁਸੀਂ ਪਹਿਲਾਂ ਹੀ ਵੱਖਰੇ ਵੱਖਰੇ ਹੋ ਕੇ ਜਾਓਗੇ ਤੇ ਫਿਰ ਤੁਹਾਨੂੰ ਉਸ ਕਾਰਜ ਵਿੱਚ ਜਿੱਤ ਨਹੀਂ ਮਿਲ ਸਕਦੀ। ਤੀਨੋਂ ਮਿਲੇ ਕਰੋ ਸਭ ਕਾਰ। ਤੁਸੀਂ ਤਿੰਨੇ ਜਣੇ ਮਿਲ ਕੇ ਇਸ ਵਿੱਚ ਜਿੱਤ ਪ੍ਰਾਪਤ ਕਰੋ। ਲਖ ਇਹੋ ਤੀਨੋਂ ਤਿਸੀ ਪ੍ਰਕਾਰ। ਇਸੇ ਤਰ੍ਹਾਂ ਉਹਨਾਂ ਤਿੰਨਾਂ ਨੇ ਮਹਾਰਾਜ ਕਹਿੰਦੇ ਹਨ, ਤਿੰਨਾਂ ਨੂੰ ਇਸ ਤਰ੍ਹਾਂ ਜਾਣੋ, ਮਨ, ਵਾਸ਼ਨਾ ਤੇ ਬ੍ਰਹਮ। ਇਹ ਤਿੰਨਾਂ ਨੂੰ ਇਕੱਠੇ ਕਰੋ ਤੇ ਮਨ ਨੂੰ ਜਿੱਤ ਕੇ ਵਾਸ਼ਨਾਵਾਂ ਨੂੰ ਵਸ ਵਿੱਚ ਕਰੋ, ਵਾਸ਼ਨਾਵਾਂ ਖਤਮ ਕਰੋ, ਤੇ ਫਿਰ ਬ੍ਰਹਮ ਦੀ ਨੇੜਤਾ ਮਿਲਦੀ ਹੈ। ਤੇ ਜੇ ਤਿੰਨਾਂ ਵੱਲ ਵੱਖਰੇ ਵੱਖਰੇ ਦੇਖੀਏ, ਮਨ ਨੇ ਆਪਣਾ ਜ਼ੋਰ ਚਲਾਉਣਾ ਹੈ, ਵਾਸ਼ਨਾਵਾਂ ਊਂ ਜੀਵ ਨੂੰ ਟਿਕਣ ਨਹੀਂ ਦਿੰਦੀਆਂ, ਤੇ ਫਿਰ ਬ੍ਰਹਮ ਵੱਲ ਵੱਖਰਾ ਨਹੀਂ ਕਿ ਮਨ ਨੂੰ ਕੀ ਕਰਨਾ ਹੈ। ਵਾਸ਼ਨਾਵਾਂ ਆਪਣੀਆਂ ਥਾਂ ਲਾਈ ਰੱਖੋ ਤੇ ਫਿਰ ਸੋਚੋ ਕਿ ਬ੍ਰਹਮ ਦੀ ਪ੍ਰਾਪਤੀ ਹੋ ਜਾਵੇ। ਕਿਉਂਕਿ ਸਵਾਲ ਹੀ ਸਿੱਖਾਂ ਦਾ ਇਹ ਸੀ, ਭਾਨੂੰ ਸੁਗੜ ਅਤੇ ਨਾਲ ਹੋਰ ਇੱਕ ਸਿੱਖ ਨੇ, ਇਹਨਾਂ ਦਾ ਸਵਾਲ ਸੀ, ਮਹਾਰਾਜ ਯਤਨ ਕਰਦੇ ਹਾਂ ਕਿ ਅਸੀਂ ਵੀ ਬ੍ਰਹਮ ਦੀ ਪ੍ਰਾਪਤੀ ਕਰ ਸਕੀਏ, ਸਾਡੀ ਲਿਵ ਲੱਗ ਜਾਵੇ। ਪਰ ਕੁਝ ਸਮਾਂ ਲਿਵ ਲੱਗਦੀ ਹੈ, ਪਰ ਬਾਅਦ ਵਿੱਚ ਕੰਮਾਂ ਕਾਰਾਂ ਵਿੱਚ ਲੱਗ ਕਰਕੇ ਫਿਰ ਸਾਡਾ ਉਹੀ ਹਾਲ ਹੈ। ਤੇ ਮਹਾਰਾਜ ਨੇ ਉੱਤਰ ਦਿੱਤਾ ਹੈ, ਗੁਰਦੇਵ ਕਹਿੰਦੇ ਜੇ ਤੁਸੀਂ ਤਿੰਨਾਂ ਵੱਲ ਧਿਆਨ ਦਿਓ, ਕਿਉਂਕਿ ਜੇ ਕਿਸੇ ਤਿੰਨਾਂ ਇਲਾਕਿਆਂ ਨੂੰ ਫਤਿਹ ਕਰਨ ਵਾਸਤੇ ਇਕੱਲੇ ਇਕੱਲੇ ਤੁਰਦੇ ਤੇ ਫਿਰ ਹੋ ਸਕਦਾ ਹੈ ਕਿ ਉਹਨਾਂ ਵੈਰੀਆਂ ਦਾ ਜ਼ੋਰ ਪੈ ਜਾਵੇ। ਇਸ ਕਰਕੇ ਇਹਨਾਂ ਤਿੰਨਾਂ ਨੂੰ ਸਮਝੋ ਜਿਸ ਤਰ੍ਹਾਂ ਤਿੰਨਾਂ ਸੂਬਿਆਂ ਨੇ ਇਕੱਠੇ ਹੋ ਕੇ ਇੱਕ ਇੱਕ ਇਲਾਕਾ ਫਤਿਹ ਕੀਤਾ ਤੇ ਇਹਨਾਂ ਨੂੰ ਫਤਿਹਜਾਬੀ ਮਿਲ ਗਈ, ਤੇ ਫਿਰ ਆਪੋ ਆਪਣੇ ਇਲਾਕੇ ਵਿੱਚ ਆ ਕੇ ਬੈਠ ਗਏ ਤੇ ਉਹਨਾਂ ਨੇ ਰਾਜ ਕੀਤਾ। ਇਸੇ ਤਰ੍ਹਾਂ ਇਹ ਅੰਦਰ ਹਾਲਤ ਹੈ ਮਨ ਦੀ ਤੇ ਵਾਸ਼ਨਾਵਾਂ ਦੀ। ਜੇ ਮਨ ਵਸ ਵਿੱਚ ਆਇਆ ਸਿਮਰਨ ਦੇ ਨਾਲ ਤੇ ਵਾਸ਼ਨਾਵਾਂ ਮਰਨ ਗਈਆਂ, ਤੇ ਫਿਰ ਹੀ ਤੁਸੀਂ ਬ੍ਰਹਮ ਦੇ ਨੇੜੇ ਜਾਵੋਗੇ। ਨ੍ਰਿਪ ਅਗਿਆਨ ਜੋ ਚਮੂ ਵਿਕਾਰ। ਜਿਹੜਾ ਅਗਿਆਨਤਾ ਰੂਪੀ ਰਾਜਾ ਹੈ, ਇਸ ਦੀ ਵਕਾਰਾਂ ਰੂਪੀ ਫੌਜ ਹੈ। ਸਭ ਥਲ ਲੀਨ ਗੁਣਨ ਬਿਦਾਰ। ਮਹਾਰਾਜ ਕਹਿੰਦੇ ਇਹਨਾਂ ਵਕਾਰਾਂ ਦੀ ਫੌਜਾਂ ਨੇ ਨਾ, ਜਿਹੜੇ ਅੰਦਰ ਗੁਣ ਹਨ ਉਹ ਖਤਮ ਕਰਨ ਦਾ ਯਤਨ ਕਰਦੇ ਨੇ ਵਕਾਰ।
ਕਿਉਂਕਿ ਗੁਣ ਵੀ ਜੀਵ ਦੇ ਅੰਦਰ ਨੇ ਤੇ ਵਕਾਰ ਵੀ, ਪਰ ਜਦੋਂ ਵਕਾਰਾਂ ਦੀ ਫੌਜ ਗੁਣਾਂ ਤੇ ਹਾਵੀ ਹੋ ਜਾਵੇ ਤੇ ਫਿਰ ਜੀਵ ਵਕਾਰੀ ਹੋ ਜਾਂਦਾ ਹੈ। ਪਰ ਇੱਥੇ ਆਪਾਂ ਬਚਨ ਪੜ੍ਹਦੇ ਹਾਂ ਪੰਚਮ ਪਾਤਸ਼ਾਹ ਜੀ ਦਾ ਕਿ ਜਦੋਂ ਗੁਰੂ ਦੀ ਅਸੀਸ ਮਿਲ ਜਾਵੇ ਤੇ ਫਿਰ ਪੰਜੇ ਦੇ ਪੰਜੇ ਵਕਾਰ ਜਿਹੜੇ ਨੇ ਉਹਨਾਂ ਨੂੰ ਹਰਾ ਦਿੰਦਾ ਹੈ ਉਹ ਜੀਵ ਜਿਹਨੇ ਸ਼ਬਦ ਦਾ ਆਸਰਾ ਲਿਆ ਹੋਵੇ। ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ ਕਿ ਅਗਿਆਨ ਹੈ ਰਾਜਾ, ਇਹ ਵਕਾਰ ਹਨ ਅਗਿਆਨਤਾ ਰੂਪੀ ਰਾਜੇ ਦੀ ਫੌਜ। ਤੇ ਜੇ ਅਗਿਆਨਤਾ ਰੂਪੀ ਰਾਜੇ ਦੀ ਫੌਜ ਵਕਾਰਾਂ ਦਾ ਜ਼ੋਰ ਚੱਲੇ ਤੇ ਉਹ ਗੁਣਾਂ ਨੂੰ ਖਤਮ ਕਰਕੇ ਇੰਜ ਕਹਿ ਲਓ ਗੁਣਾਂ ਉੱਪਰ ਭਾਰੂ ਹੋ ਕਰਕੇ ਤੇ ਆਪਣਾ ਵਕਾਰ ਅੰਦਰ ਰਾਜ ਕਰ ਦੇ। ਪਰ ਜੇ ਗੁਰੂ ਦੀ ਕਿਰਪਾ ਹੋਵੇ, ਜੇ ਸ਼ਬਦ ਆਸਰਾ ਲਿਆ ਜਾਵੇ ਤੇ ਫਿਰ ਇਹਨਾਂ ਵਕਾਰਾਂ ਦੀ ਫੌਜ ਨੂੰ ਇਹ ਗੁਣ ਜਿਹੜੇ ਹਨ ਉਹ ਹਰਾ ਦਿੰਦੇ ਹਨ। ਖੈ ਵਾਸ਼ਨ ਅਰ ਮਨ ਕੋ ਨਾਸ਼, ਜਦੋਂ ਮਨ ਮਾਰਿਆ ਜਾਵੇ ਸ਼ਬਦ ਦੀ ਕਮਾਈ ਦੇ ਨਾਲ ਤੇ ਫਿਰ ਜਿਹੜੀਆਂ ਵਾਸ਼ਨਾਵਾਂ ਖੈ ਨਾਸ਼ ਹੁੰਦੀਆਂ ਹਨ। ਤਤਵ ਗਿਆਨ ਇਨ ਕਰ ਅਭਿਆਸ, ਫਿਰ ਮਹਾਰਾਜ ਕਹਿੰਦੇ ਜੀਵ ਗਿਆਨ ਦਾ ਅਭਿਆਸ ਕਰਦਾ ਹੈ। ਸਾਸ ਸਾਸ ਸਿਮਰੋ ਸਤਨਾਮ, ਤਤ ਗਿਆਨ ਦਾ ਅਭਿਆਸ ਕਰੇ, ਸਵਾਸ ਸਵਾਸ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੇ। ਸ਼ਬਦ ਵਿਚਾਰ ਲਹੋ ਬਿਸਰਾਮ, ਮਹਾਰਾਜ ਕਹਿੰਦੇ ਸ਼ਬਦ ਦੀ ਵਿਚਾਰ ਕਰੋ ਤੇ ਫਿਰ ਜਿਹੜਾ ਅੰਦਰ ਟਿਕਾ ਹੈ ਮਨ ਦਾ ਉਹ ਤੁਹਾਨੂੰ ਮਿਲੇਗਾ। ਸੁਨ ਸਗਰੇ ਮਨ ਆਨੰਦ ਪਾਏ, ਇਹਨਾਂ ਗੁਰਸਿੱਖਾਂ ਨੇ ਗੁਰੂ ਸਾਹਿਬ ਤੋਂ ਉਪਦੇਸ਼ ਸੁਣਿਆ ਹੈ, ਸੁਣ ਕੇ ਬਹੁਤ ਪ੍ਰਸੰਨ ਹੋਏ ਹਨ। ਤਿਮ ਕੀਨਸ ਜਿਮ ਗੁਰੂ ਬਤਾਏ, ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਪਦੇਸ਼ ਦਿੱਤਾ ਸੀ। ਜੈਤ ਸ਼ਿੰਗਾਰੂ ਜੁਗ ਸਿੱਖ ਭਾਰੀ, ਇਹ ਵੀ ਸਿੱਖਾਂ ਦੇ ਨਾਮ ਨੇ ਭਾਈ। ਜੈਤ ਸੰਘਾਰੂ ਇਹ ਨਾਮ ਹਨ। ਇਸੇ ਤਰ੍ਹਾਂ ਹਾਂਜੀ ਜੋਧਾ ਬੜੇ ਨਿਰਭੈ ਉਪਕਾਰੀ, ਇਹ ਦੋਨੋਂ ਸਿੱਖ ਜਿਹੜੇ ਹਨ ਬਹੁਤ ਵੱਡੇ ਯੋਧੇ ਹਨ, ਸੂਰਮੇ ਹਨ। ਸ਼੍ਰੀ ਅਰਜਨ ਤਿਨ ਸੰਗ ਉਚਾਰਾ, ਤੇ ਇਹਨਾਂ ਦਾ ਉਪਕਾਰੀ ਜੀਵਨ ਵੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹਨਾਂ ਦੇ ਤਾਈਂ ਕਿਹਾ ਹਮ ਸਰੂਪ ਜੋ ਖਸ਼ਟਮ ਧਾਰਾ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਜਿਹੜਾ ਅਸੀਂ ਛੇਵਾਂ ਸਰੂਪ ਧਾਰਿਆ ਹੈ, ਧਰੈ ਸ਼ਸਤਰ ਦੇ ਦੁਸ਼ਟਨ ਦੰਡ, ਅਸੀਂ ਸ਼ਸਤਰ ਧਾਰਨ ਕਰਾਂਗੇ ਛੇਵੇਂ ਸਰੂਪ ਦੇ ਵਿੱਚ ਤੇ ਫਿਰ ਦੁਸ਼ਟਾਂ ਨੂੰ ਦੰਡ ਦਵਾਂਗੇ। ਕਰੈ ਤੁਰਕ ਗਨ ਕੋ ਖੰਡ ਖੰਡ, ਬਹੁਤੇ ਜਿਹੜੇ ਤੁਰਕ ਹਨ ਅਭਿਮਾਨੀ ਉਹਨਾਂ ਦੇ ਟੁਕੜੇ ਟੁਕੜੇ ਹੋਣਗੇ, ਉਹਨਾਂ ਨੂੰ ਨਾਸ਼ ਕਰਾਂਗੇ। ਅਯੁੱਧ ਵਿਦਿਆ ਕਰ ਅਭਿਆਸ, ਸ਼ਸਤਰ ਵਿਦਿਆ ਦਾ ਬਹੁਤਾ ਅਭਿਆਸ ਕਰਾਂਗੇ। ਮੀਰਨ ਕੀ ਮੀਰੀ ਲੈ ਪਾਸ, ਫਿਰ ਸ਼ਸਤਰ ਵਿਦਿਆ ਦੇ ਨਾਲ ਮੀਰਨ ਕੀ ਮੀਰੀ ਲੈ ਪਾਸ, ਰਾਜਿਆਂ ਦੀ ਜਿਹੜੀ ਮੀਰੀ ਬਾਦਸ਼ਾਹੀ ਹੈ ਨਾ ਉਹ ਵੀ ਅਸੀਂ ਲਵਾਂਗੇ ਇਹਨਾਂ ਸ਼ਸਤਰਾਂ ਦੇ ਨਾਲ, ਕਿਉਂਕਿ ਰਾਜ ਭਾਗ ਜਿਹੜਾ ਹੈ ਉਹ ਸ਼ਸਤਰਾਂ ਦੇ ਅਭਿਆਸ ਦੇ ਨਾਲ ਹੀ ਮਿਲਦਾ ਹੈ। ਰਾਜ ਬਿਨਾ ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚਲੈ ਹੈ, ਧਰਮ ਬਿਨਾ ਸਭ ਦਲੈ ਮਲੈ ਹੈ। ਸ਼ਸਤਰ ਹੈ ਤੇ ਰਾਜ ਹੈ, ਤੇ ਜੇ ਸ਼ਸਤਰਾਂ ਦਾ ਅਭਿਆਸ ਨਹੀਂ ਤੇ ਫਿਰ ਰਾਜ ਟਿਕਦਾ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਬਚਲ ਨਗਰ ਨਾਂਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ ਇਹ ਅਖੀਰਲੇ ਬਚਨ ਸਤਿਗੁਰਾਂ ਨੇ ਕਹੇ ਸਨ। ਜਦੋਂ ਮਹਾਰਾਜ ਸੱਚਖੰਡ ਪਿਆਨਾ ਕਰਨ ਲੱਗੇ ਤੇ ਸਤਿਗੁਰਾਂ ਨੇ ਜਿੱਥੇ ਬਚਨ ਕੀਤੇ ਸਨ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ, ਇਹ ਮਹਾਰਾਜ ਜੀ ਦੇ ਬਚਨ ਹੋਏ ਸਨ। ਤੇ ਗੁਰਦੇਵ ਨੇ ਇੱਕ ਬਚਨ ਹੋਰ ਕਿਹਾ ਸੀ। ਮਹਾਰਾਜ ਨੇ ਕਿਹਾ ਸੀ ਖਾਲਸਾ ਜੀ ਸਦਾ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ, ਜੇ ਤੁਸੀਂ ਸਦਾ ਸ਼ਸਤਰ ਵਿਦਿਆ ਦਾ ਅਭਿਆਸ ਜਾਰੀ ਰੱਖੋਗੇ ਤੁਹਾਨੂੰ ਕੋਈ ਵੀ ਕੌਮ ਗੁਲਾਮ ਨਹੀਂ ਕਰ ਸਕੇਗੀ। ਜਿਨ੍ਹਾਂ ਸੂਰਬੀਰ ਯੋਧਿਆਂ ਨੇ ਸ਼ਸਤਰਾਂ ਦਾ ਅਭਿਆਸ ਕੀਤਾ, ਸ਼ਸਤਰ ਧਾਰੀ ਰਹੇ, ਉਹਨਾਂ ਚਿਰ ਖਾਲਸੇ ਨੇ ਰਾਜ ਭਾਗ ਵੀ ਕੀਤਾ ਹੈ। ਇਸ ਲਈ ਜਦੋਂ ਸ਼ਸਤਰਾਂ ਦਾ ਅਭਿਆਸ ਛੱਡਿਆ ਤੇ ਫਿਰ ਹਾਲ ਸਾਹਮਣੇ ਹਨ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਸਨ। ਮਹਾਰਾਜ ਕਹਿੰਦੇ ਸਨ ਆਯੁਧ ਵਿਦਿਆ ਕਰ ਅਭਿਆਸ, ਅਸੀਂ ਸ਼ਸਤਰ ਵਿਦਿਆ ਦਾ ਅਭਿਆਸ ਕਰਾਂਗੇ ਛੇਵੇਂ ਸਰੂਪ ਦੇ ਵਿੱਚ। ਫਿਰ ਮੀਰਨ ਕੀ ਮੇਰੀ ਲੈ ਪਾਸ, ਇਹਨਾਂ ਰਾਜਿਆਂ ਪਾਸੋਂ ਜਿਹੜੇ ਅਭਿਮਾਨੀ ਰਾਜੇ ਨੇ ਇਹਨਾਂ ਤੋਂ ਰਾਜ ਭਾਗ ਲਵਾਂਗੇ। ਸ਼ਬਦ ਪ੍ਰੀਤ ਕਰ ਚਿਤ ਇਮ ਦੇ, ਆਪਣਾ ਚਿੱਤ ਦੇ ਕੇ ਸ਼ਬਦ ਦੀ ਪ੍ਰੀਤੀ ਕਰਨਗੇ। ਪੀਰਨ ਕੀ ਪੀਰੀ ਹਰ ਲੇ, ਸ਼ਬਦ ਦੀ ਪ੍ਰੀਤੀ ਦੇ ਨਾਲ ਪੀਰਾਂ ਦੀ ਪੀਰੀ ਜਿਹੜੀ ਉਹ ਵੀ ਲਵਾਂਗੇ, ਕਿਉਂਕਿ ਪਹਿਲਾਂ ਕੱਲੀ ਪੀਰੀ ਸੀ ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਸਦਕਾ ਹੀ
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਲ ਮੀਰੀ ਵੀ ਰੱਖੀ ਹੈ ਪੀਰੀ ਦੇ ਨਾਲ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਸਨ। ਸਤਿਗੁਰੂ ਕਹਿੰਦੇ ਸ਼ਸਤਰਾਂ ਦਾ ਅਭਿਆਸ ਕਰਕੇ ਮੀਰਨ ਕੀ ਮੇਰੀ ਲੈ ਪਾਸ, ਸ਼ਬਦ ਪ੍ਰੀਤ ਕਰ ਚਿਤ ਇਮ ਦੇ, ਪੀਰਨ ਕੀ ਪੀਰੀ ਹਮ ਲੈ। ਤੇ ਫਿਰ ਪੀਰਾਂ ਦੀ ਪੀਰੀ ਜਿਹੜੀ ਉਹ ਵੀ ਲਵਾਂਗੇ। ਨ੍ਰਿਪ ਕੋ ਲਵਣ ਖਾਤ ਹੈ ਜੋਏ, ਜਿਹੜਾ ਮਾਲਕ ਦਾ ਲੂਣ ਖਾਂਦਾ ਹੈ ਨਿਜ ਸਰੀਰ ਕੋ ਅਰਪਹਿ ਸੋਏ। ਫਿਰ ਆਪਣੇ ਮਾਲਕ ਨੂੰ ਆਪਣਾ ਸਰੀਰ ਜਿਹੜਾ ਉਹ ਅਰਪਣ ਕਰਨਾ ਚਾਹੀਦਾ ਹੈ। ਹਲਤ ਪਲਤ ਮੈਂ ਹਮ ਸੁਖ ਦੈ ਹੈ, ਸਤਿਗੁਰੂ ਕਹਿੰਦੇ ਉਹਨਾਂ ਸਿੱਖਾਂ ਨੂੰ ਅਸੀਂ ਲੋਕ ਪਰਲੋਕ ਵਿੱਚ ਭਾਰੀ ਸੁਖ ਦਵਾਂਗੇ। ਇਹਾਂ ਭੁਗਤ ਉਤ ਮੁਕਤੀ ਪੈ ਹੈ। ਇਹ ਸੰਸਾਰ ਵਿੱਚ ਤੁਹਾਨੂੰ ਮਨ ਚਾਹੇ ਪਦਾਰਥ ਦਵਾਂਗੇ, ਪਰਲੋਕ ਵਿੱਚ ਤੁਹਾਨੂੰ ਮੁਕਤੀ ਦੀ ਦਾਤ ਦਵਾਂਗੇ। ਮਹਾ ਘੋਰ ਕਲ ਜੁਗ ਕੋ ਕਾਲ, ਬਹੁਤ ਭਿਆਨਕ ਇਹ ਕਲਯੁਗ ਦਾ ਸਮਾਂ ਹੈ। ਨਿਜ ਸਿੱਖਨ ਹਮ ਲੈ ਸੰਭਾਲ, ਪਰ ਸਤਿਗੁਰੂ ਜੀ ਕਹਿੰਦੇ ਆਪਣੇ ਸਿੱਖਾਂ ਦੀ ਅਸੀਂ ਆਪ ਸੰਭਾਲ ਕਰਾਂਗੇ। ਤੁਮ ਅਬ ਹਰ ਗੋਬਿੰਦ ਢਿਗ ਰਹੀਏ। ਇਹਨਾਂ ਦੋਨਾਂ ਗੁਰ ਸਿੱਖਾਂ ਨੂੰ ਕਿਹਾ, ਭਾਈ ਜੈਤ ਭਾਈ ਸ਼ੰਗਾਰੂ ਨੂੰ। ਗੁਰਦੇਵ ਕਹਿਣ ਲੱਗੇ ਕਿ ਤੁਸੀਂ ਦੋਨੋਂ ਸੂਰਮੇ ਹੋ ਤੇ ਹਰ ਗੋਬਿੰਦ ਸਾਹਿਬ ਦੇ ਤੁਸੀਂ ਕੋਲ ਰਹੋ। ਆਗਿਆਮਾਨ ਸਰਬ ਸੁਖ ਲਹੀਏ, ਤੇ ਜੇ ਤੁਸੀਂ ਆਗਿਆ ਵਿੱਚ ਰਹੋਗੇ ਤੇ ਸਾਰੇ ਸੁਖ ਪ੍ਰਾਪਤ ਕਰੋਗੇ। ਤਿਨ ਕੇ ਸੰਗ ਯੁੱਧ ਕੋ ਕਰ ਕੈ, ਮਹਾਰਾਜ ਕਹਿੰਦੇ ਨੇ ਉਹਨਾਂ ਦੇ ਨਾਲ ਤੁਸੀਂ ਰਹਿਣਾ ਤੇ ਜਦੋਂ ਭਾਰੀ ਜੰਗ ਹੋਣਗੇ ਤੁਰਕਨ ਹਤੋ ਸ਼ਸਤਰ ਕਰ ਧਰ ਕੈ। ਸ਼ਸਤਰ ਧਾਰਨ ਕਰਕੇ ਤੇ ਜਿਹੜੇ ਅਭਿਮਾਨੀ ਤੁਰਕ ਹਨ ਉਹਨਾਂ ਨੂੰ ਹਤੋ, ਉਹਨਾਂ ਨੂੰ ਨਾਸ਼ ਕਰੋ। ਹਾਥ ਜੋਰ ਸੋ ਮਾਨਤ ਭਏ, ਹੱਥ ਜੋੜ ਕੇ ਭਾਈ ਜੈਤ ਤੇ ਭਾਈ ਸ਼ੰਗਾਰੂ ਨੇ ਗੁਰਦੇਵ ਦਾ ਬਚਨ ਮੰਨਿਆ ਹੈ। ਸ਼੍ਰੀ ਹਰਿ ਗੋਬਿੰਦ ਢਿਗ ਚੱਲ ਗਏ, ਇਹ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਏ ਹਨ। ਰਹੇ ਸਮੀਪ ਸ਼ਸਤਰ ਧਰ ਸੂਰੇ। ਸ਼ਸਤਰ ਧਾਰ ਕੇ ਸੂਰਮੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿ ਪਏ। ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਹੀ, ਕਿਉਂਕਿ ਆਉਣ ਵਾਲਾ ਸਮਾਂ ਸਤਿਗੁਰੂ ਜੀ ਜਾਣਦੇ ਤੇ ਬਣਾਉਣ ਵਾਲੇ ਤਾਂ ਸਮਾਂ ਸਤਿਗੁਰੂ ਆਪ ਹੀ ਨੇ, ਦੋਹਾਂ ਸਿਰਿਆਂ ਕਾ ਆਪ ਸੁਆਮੀ। ਇਸ ਲਈ ਜਾਣਦੇ ਨੇ ਸਤਿਗੁਰੂ ਕਿ ਇਹਨਾਂ ਨੇ ਹੁਣ 6ਵੇਂ ਸਰੂਪ ਵਿੱਚ ਸ਼ਸਤਰ ਧਾਰਨੇ ਨੇ। ਤੇ ਪਹਿਲਾਂ ਹੀ ਜਿਹੜਾ ਸੂਰਮਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦਾ ਸੀ, ਸਤਿਗੁਰੂ ਨੂੰ ਹੁਕਮ ਕਰਦੇ ਕਿ ਤੁਸੀਂ ਹਰਗੋਬਿੰਦ ਸਾਹਿਬ ਦੇ ਕੋਲ ਰਹਿਣਾ, ਸ਼ਸਤਰ ਧਾਰਨ ਕਰਕੇ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਤੋਂ ਵੱਡੀਆਂ ਸੇਵਾਵਾਂ ਲਵਾਂਗੇ। ਇਹਨਾਂ ਨੇ ਗੁਰੂ ਸਾਹਿਬ ਜੀ ਦਾ ਬਚਨ ਮੰਨਿਆ ਤੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿਣ ਲੱਗੇ ਹਨ। ਵਿਦਿਆ ਅਭਿਆਸ ਹੈ ਗੁਰ ਪੂਰੇ, ਪੂਰੇ ਸਤਿਗੁਰੂ ਜੀ ਵਿਦਿਆ ਦਾ ਰੋਜ਼ਾਨਾ ਅਭਿਆਸ ਕਰਾਉਂਦੇ ਹਨ। ਕਿਤਕ ਕਾਲ ਬੀਤਿਓ ਢਿਗ ਰਹੇ, ਜਦੋਂ ਸਤਿਗੁਰਾਂ ਦੇ ਕੋਲ ਰਹਿੰਦੇ ਆ ਇਹਨਾਂ ਨੂੰ ਕੁਝ ਸਮਾਂ ਬਤੀਤ ਹੋਇਆ। ਲੈ ਪ੍ਰਵਾਨਗੀ ਗੁਰ ਕੇ ਕਹੇ, ਸਤਿਗੁਰੂ ਜੀ ਤੋਂ ਪ੍ਰਵਾਨਗੀ ਲੈ ਕੇ, ਮਹਾਰਾਜ ਜੀ ਤੋਂ ਹੁਕਮ ਲੈ ਕੇ ਆਪਣੇ ਸਦਨ ਰਹੇ ਦੋਇ ਮਾਸ। ਇਹ ਦੋਨੋਂ ਜਿਹੜੇ ਸੂਰਮੇ ਸਨ ਆਪਣੇ ਘਰੇ ਗਏ ਨੇ ਤੇ 2 ਮਹੀਨੇ ਆਪਣੇ ਘਰ ਇਹਨਾਂ ਨੇ ਬਤੀਤ ਕੀਤੇ ਨੇ। ਇਕ ਜੋਗੀ ਮਿਲ ਕਰ ਤਿਨ ਪਾਸ, ਜਦੋਂ ਆਪਣੇ ਨਗਰ ਵਿੱਚ ਗਏ ਸਨ ਇੱਕ ਜੋਗੀ ਇਹਨਾਂ ਨੂੰ ਮਿਲਿਆ ਹੈ। ਭਇਓ ਪ੍ਰਸੰਨ ਰਸਾਇਨ ਦੀਨ, ਉਹ ਜੋਗੀ ਬੜਾ ਖੁਸ਼ ਹੋਇਆ ਤੇ ਉਹਨਾਂ ਜੋਗੀ ਨੇ ਇਹਨਾਂ ਨੂੰ ਇੱਕ ਰਸਾਇਣ ਦੀ ਵੱਟੀ ਦਿੱਤੀ ਹੈ। ਇਕ ਬਿਲ ਭਰਿਓ ਹਰਖ ਕਰ ਲੀਨ, ਤੇ ਇਹਨਾਂ ਨੇ ਪ੍ਰਸੰਨ ਹੋ ਕਰਕੇ ਉਹ ਰਸਾਇਣ ਦੀ ਵੱਟੀ ਜੋਗੀ ਪਾਸੋਂ ਲੈ ਲਈ। ਸੋ ਵਿਚਾਰ ਕਰ ਢਿਗ ਲੈ ਆਏ। ਇਹਨਾਂ ਨੇ ਦੇਖਿਆ ਕਿ ਰਸਾਇਣ ਬੜੀ ਕੀਮਤੀ ਹੈ ਤੇ ਇਹ ਕੀਮਤੀ ਚੀਜ਼ ਆਪਾਂ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਵਾਂਗੇ ਤੇ ਉਦੋਂ ਗੁਰੂ ਸਾਹਿਬ ਜੀ ਦੇ ਕੋਲ ਲਿਜਾਵਾਂਗੇ। ਇਸ ਤਰ੍ਹਾਂ ਇਹਨਾਂ ਨੇ ਉਹ ਵੱਟੀ ਸੰਭਾਲ ਕੇ ਰੱਖੀ ਰਸਾਇਣ ਦੀ। ਜਦੋਂ ਸਤਿਗੁਰਾਂ ਦੇ ਦਰਸ਼ਨ ਕਰਨ ਆਏ ਨੇ ਇਹ ਗੁਰੂ ਸਾਹਿਬ ਜੀ ਦੇ ਕੋਲ ਲੈ ਆਏ। ਗੁਰ ਖਸ਼ਟਮ ਕੋ ਸੋ ਅਰ ਪਾਏ, 6ਵੇਂ ਸਤਿਗੁਰਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਇਹ ਰਹੇ ਹਨ ਗੁਰੂ ਸਾਹਿਬ ਦੀ ਸੰਗਤ 'ਚ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹਨਾਂ ਨੇ ਆ ਕੇ ਉਹ ਰਸਾਇਣ ਦੀ ਵੱਟੀ ਅਰਪਣ ਕੀਤੀ ਹੈ। ਲੱਗੇ ਸੁਨਾਵਨ ਗੁਣ ਇਹ ਭਾਰੇ, ਇਹਨਾਂ ਦੋਨਾਂ ਨੇ ਆ ਕੇ ਗੁਰੂ ਸਾਹਿਬ ਜੀ ਦੇ ਅੱਗੇ ਉਹ ਰਸਾਇਣ ਦੀ ਵੱਟੀ ਰੱਖੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਸ ਰਸਾਇਣ ਦੀ ਵੱਟੀ ਦੇ ਭਾਰੀ ਗੁਣ ਸੁਣਾਉਣ ਲੱਗੇ ਹਨ। ਦਇਓ ਸਿੱਖ ਨੇ ਪਾਰਦ ਮਾਰੇ, ਤੇ ਇੱਕ ਸਿੱਖ ਨੇ ਉਸ ਸਮੇਂ ਜਿਹੜਾ ਪਾਰਾ ਸੀ ਉਹ ਮਾਰ ਕੇ ਦਿੱਤਾ ਹੈ। 52 ਤੋਲੇ ਰੱਤੀ ਪਾਓ, ਤੇ 52 ਤੋਲੇ ਤੇ ਰੱਤੀ ਪਾਓ। ਇਹ ਇਸ ਦੀ ਜਿਹੜੀ ਸੀ ਇਹ ਮਾਪ ਸੀ। 52 ਤੋਲੇ ਤਾਂਬੇ ਵਿੱਚ
ਰਤੀ ਭਰ ਪਾਰਾ ਜਿਹੜਾ ਮਾਰਿਆ ਹੋਇਆ ਉਹ ਪਾਵੋ। ਸੁੰਦਰ ਕੰਚਨ ਕਰਤ ਸੁਹਾਓ। ਇਹ ਸੋਹਣਾ ਜਿਹੜਾ ਕੰਚਨ ਸੋਨਾ ਜਿਹੜਾ ਹੈ ਉਹ ਤਾਂਬੇ ਨੂੰ ਬਣਾ ਦਿੰਦੀ ਰਸਾਇਣ ਦੀ ਵੱਟੀ। ਇਕ ਚਾਵਰ ਭਰ ਨਰ ਜੇ ਖਾਵੈ। ਇਹਨਾਂ ਨੇ ਉਹਦੇ ਗੁਣ ਦੱਸੇ ਹਨ ਰਸਾਇਣ ਦੀ ਵੱਟੀ ਦੇ। ਕਹਿਣ ਲੱਗੇ ਜੇ 52 ਤੋਲੇ ਤਾਂਬੇ ਵਿੱਚ ਰਤੀ ਭਰ ਪਾਰਾ ਮਾਰਿਆ ਹੋਇਆ ਪਾਵੋ ਤੇ ਫਿਰ ਉਹਨੂੰ ਸੋਨੇ ਦਾ ਰੂਪ ਦਿੰਦਾ ਹੈ। ਤੇ ਜੇ ਇੱਕ ਚਾਵਲ ਭਰ ਚਾਵਲ ਦੇ ਦਾਣੇ ਜਿੰਨਾ ਜਿਹੜਾ ਹੈ ਉਹ ਇਹਦਾ ਹਿੱਸਾ ਲੈ ਕੇ ਖਾਧਾ ਜਾਵੇ ਸੁਦਾ ਸਵਾ ਮਣ ਕੀ ਹੋਏ ਜਾਵੇ। ਤੇ ਜੀਵ ਦੀ ਭੁੱਖ ਜਿਹੜੀ ਹੈ ਉਹ ਸਵਾ ਮਣ ਹੋ ਜਾਂਦੀ ਹੈ। ਗਜ ਸਮ ਬਲ ਕੋ ਧਾਰਨ ਕਰੇ। ਫਿਰ ਇੰਨੀ ਭੁੱਖ ਲੱਗਣ ਤੋਂ ਬਾਅਦ ਫਿਰ ਉਹ ਹਾਥੀ ਜਿੰਨੀ ਤਾਕਤ ਧਾਰਨ ਕਰਦਾ ਹੈ। ਰੋਗ ਸਰਬ ਤਨ ਕੇ ਪਰ ਹਾਰੇ। ਤੇ ਸਰੀਰ ਦੇ ਰੋਗ ਜਿਹੜੇ ਹਨ ਉਹ ਸਾਰੇ ਇਸ ਰਸਾਇਣ ਦੀ ਵੱਟੀ ਨਾਲ ਦੂਰ ਹੋ ਜਾਂਦੇ ਨੇ। ਸ੍ਰੀ ਹਰਿ ਗੋਬਿੰਦ ਉਚਰਿਓ ਤਿਨ ਕੋ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਣ ਕੇ ਇਹਨਾਂ ਨੂੰ ਕਿਹਾ ਜਿਨ ਮਾਰਿਓ ਪਾਰਦ ਸਮ ਮਨ ਕੋ। ਮਹਾਰਾਜ ਕਹਿਣ ਲੱਗੇ ਗੁਰਸਿੱਖੋ ਜਿਨ੍ਹਾਂ ਨੇ ਪਾਰੇ ਦੇ ਸਮਾਨ ਮਨ ਨੂੰ ਮਾਰਿਆ ਹੈ। ਕਿਉਂਕਿ ਤੁਸੀਂ ਕਹਿੰਦੇ ਹੋ 52 ਤੋਲੇ ਤਾਂਬੇ ਵਿੱਚ ਰੱਤੀ ਭਰ ਪਾਰਾ ਮਾਰ ਕੇ ਪਾਇਆ ਜਾਵੇ ਤੇ ਇਹਨੂੰ ਸੋਨੇ ਦਾ ਰੂਪ ਮਿਲ ਜਾਂਦਾ ਹੈ। ਰਸਾਇਣ ਦੀ ਵੱਟੀ ਵਿੱਚ ਇੰਨੀ ਕਲਾ ਹੈ। ਤੇ ਗੁਰਦੇਵ ਕਹਿੰਦੇ ਹਨ ਗੁਰਸਿੱਖੋ ਜਿਨ੍ਹਾਂ ਨੇ ਆਪਣੇ ਮਨ ਰੂਪੀ ਪਾਰੇ ਨੂੰ ਮਾਰਿਆ ਹੈ ਪਾਰੇ ਸਾਥ ਨ ਸੋਹਿਤ ਧਾਰਤ। ਫਿਰ ਉਹ ਇਹ ਦੁਨਿਆਵੀ ਪਾਰਿਆਂ ਦੇ ਨਾਲ ਦੁਨਿਆਵੀ ਪਦਾਰਥਾਂ ਦੇ ਨਾਲ ਹਿੱਤ ਨਹੀਂ ਧਾਰਦੇ। ਕਿਉਂਕਿ ਉਹਨਾਂ ਚਿਰ ਹੀ ਬੰਦਾ ਹਿੱਤ ਧਾਰਦਾ ਹੈ ਪ੍ਰੇਮ ਕਰਦਾ ਹੈ ਪਦਾਰਥਾਂ ਨਾਲ ਜਿੰਨਾ ਚਿਰ ਮਨ ਚੰਚਲ ਹੈ। ਭਾਵੇਂ ਗਿਆਨ ਜਿੰਨਾ ਮਰਜ਼ੀ ਹਾਸਲ ਕੀਤਾ ਪਰ ਹਲੇ ਕਮਾਈ ਨਹੀਂ ਕੀਤੀ ਅਭਿਆਸ ਨਹੀਂ ਕੀਤਾ ਤੇ ਉਹਨਾਂ ਚਿਰ ਮਨ ਚੰਚਲ ਹੀ ਰਹਿੰਦਾ ਹੈ। ਤੇ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਪਾਰਾ ਚੰਚਲ ਹੈ ਨਾ ਕਿਉਂਕਿ ਪਾਰੇ ਨੂੰ ਲੱਖ ਯਤਨ ਕਰੀਏ ਫੜਨ ਦਾ ਤੇ ਹੱਥ 'ਚ ਨਹੀਂ ਆਉਂਦਾ। ਤੇ ਜੇ ਹੱਥ ਤੇ ਰੱਖਿਆ ਜਾਵੇ ਤੇ ਫਿਰ ਵੀ ਉਹ ਹਿਲਦਾ ਰਹਿੰਦਾ ਹੈ। ਤੇ ਜੇ ਪਾਰੇ ਉੱਪਰ ਉਂਗਲ ਰੱਖੀਏ ਤੇ ਪਾਰਾ ਫਿਰ ਸਾਈਡ ਤੇ ਪਰਾਂ ਨੂੰ ਚਲਾ ਜਾਂਦਾ ਹੈ। ਇਸੇ ਤਰ੍ਹਾਂ ਮਨ ਦੀ ਦਸ਼ਾ ਹੈ। ਮਨ ਨੂੰ ਵੀ ਲੱਖ ਯਤਨ ਕਰੀਏ ਇਹਨੂੰ ਫੜ ਲਈਏ ਟਿਕਾ ਲਈਏ ਵਸ ਕਰ ਲਈਏ ਤੇ ਇਹ ਵਸ ਦੇ ਵਿੱਚ ਆਉਂਦਾ ਨਹੀਂ। ਪਰ ਗੁਰਦੇਵ ਕਹਿੰਦੇ ਹਨ ਜਿਸ ਨੇ ਮਨ ਰੂਪੀ ਪਾਰੇ ਨੂੰ ਮਾਰ ਲਿਆ ਉਹਦੇ ਫਿਰ ਸਾਹਮਣੇ ਜਿਹੜੇ ਪਦਾਰਥ ਹਨ ਉਹਨਾਂ ਦੇ ਨਾਲ ਜੀਵ ਦੀ ਪ੍ਰੀਤੀ ਨਹੀਂ ਰਹਿ ਜਾਂਦੀ। ਜੋ ਤਾਂਬੇ ਤੇ ਕੰਚਨ ਕਰਤ। ਜਿਸ ਤਰ੍ਹਾਂ ਤਾਂਬੇ ਤੋਂ ਇਹ ਰਸਾਇਣ ਦੀ ਵੱਟੀ ਸੋਨਾ ਬਣਾਉਂਦੀ ਹੈ ਮਨ ਮਾਰੇ ਗੁਣ ਪਾਏ ਅਨੂਪ। ਪਰ ਸਤਿਗੁਰੂ ਕਹਿੰਦੇ ਗੁਰਸਿੱਖੋ ਇਸੇ ਤਰ੍ਹਾਂ ਜੇ ਮਨ ਰੂਪੀ ਪਾਰਾ ਮਾਰਿਆ ਜਾਵੇ ਤੇ ਜੀਵ ਨੂੰ ਬਹੁਤ ਸੁੰਦਰ ਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਜੀਵ ਬਨੇ ਪਰਮੇਸ਼ਰ ਰੂਪ। ਜਿਹਨੇ ਆਪਣੇ ਮਨ ਰੂਪੀ ਪਾਰੇ ਨੂੰ ਮਾਰ ਲਿਆ ਉਹ ਜੀਵ ਪਰਮੇਸ਼ਰ ਦਾ ਹੀ ਰੂਪ ਬਣ ਜਾਂਦਾ ਹੈ। ਇਹ ਰਸਾਇਣ ਦੀ ਵੱਟੀ ਵਿੱਚ ਕਲਾ ਹੈ ਕਿ 52 ਤੋਲੇ ਤਾਂਬਾ ਤੇ ਇੱਕ ਰੱਤੀ ਪਾਰਾ ਮਾਰ ਕੇ ਵਿੱਚ ਪਾਇਆ ਤੇ ਰਸਾਇਣ ਦੀ ਵੱਟੀ ਨੇ ਉਹਨੂੰ ਸੋਨਾ ਬਣਾ ਦਿੱਤਾ। ਮਹਾਰਾਜ ਕਹਿੰਦੇ ਗੁਰਸਿੱਖੋ ਇਸੇ ਤਰ੍ਹਾਂ ਜਿਹਨੇ ਮਨ ਰੂਪੀ ਪਾਰੇ ਨੂੰ ਮਾਰ ਲਿਆ ਤੇ ਫਿਰ ਮਹਾਰਾਜ ਕਹਿੰਦੇ ਹਨ ਇਹਦੇ ਵਿੱਚ ਇੰਨੇ ਗੁਣ ਆ ਜਾਂਦੇ ਨੇ। ਮਨ ਜਿਨ ਮਾਰਿਓ ਪਾਰਦ ਸਮ ਮਨ ਕੋ ਪਾਰੇ ਸਾਥ ਨ ਸੋਹਿਤ ਧਰਤ। ਉਹ ਫਿਰ ਇਹਨਾਂ ਪਾਰਿਆਂ ਦੇ ਨਾਲ ਪਦਾਰਥਾਂ ਦੇ ਨਾਲ ਮੋਹ ਨਹੀਂ ਪਾਉਂਦੇ। ਜੋ ਤਾਂਬੇ ਤੇ ਕੰਚਨ ਕਰਤ ਜਿਸ ਤਰ੍ਹਾਂ ਉਹ ਤਾਂਬੇ ਨੂੰ ਰਸਾਇਣ ਸੋਨਾ ਬਣਾਉਂਦੀ ਹੈ। ਮਨ ਮਾਰੇ ਗੁਣ ਪਾਏ ਅਨੂਪ। ਮਨ ਮਾਰਨ ਦੇ ਨਾਲ ਕੀ ਪ੍ਰਾਪਤੀ ਹੁੰਦੀ ਹੈ ਜੀਵ ਬਣੇ ਪਰਮੇਸ਼ਰ ਰੂਪ। ਇਹ ਜੀਵ ਪਰਮੇਸ਼ਰ ਰੂਪ ਹੀ ਬਣ ਜਾਂਦਾ। ਜਿਹਦਾ ਮਨ ਮਾਰਿਆ ਗਿਆ ਉਹਦੀਆਂ ਵਾਸ਼ਨਾਵਾਂ ਮਰ ਗਈਆਂ। ਜਿਹਦੀਆਂ ਵਾਸ਼ਨਾਵਾਂ ਮਰੀਆਂ ਉਹ ਜੀਵ ਜਿਹੜਾ ਹੈ ਆਤਮ ਗਿਆਨੀ ਹੋ ਜਾਂਦਾ ਹੈ ਤੇ ਫਿਰ ਆਤਮਾ ਪਰਮਾਤਮਾ ਦਾ ਹੀ ਰੂਪ ਹੁੰਦੀ। ਇਸ ਕਰਕੇ ਜੀਵ ਫਿਰ ਉਹ ਇਕੱਲਾ ਆਮ ਜੀਵ ਹੀ ਨਹੀਂ ਰਹਿ ਜਾਂਦਾ। ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹਿ। ਜਿਉਂ ਜਲ ਤਰੰਗ ਉੱਠੇ ਬਹੁ ਭਾਤੀ ਫਿਰ ਸਲਲੈ ਸਲਲ ਸਮਾਇੰਦ। ਜਿਸ ਤਰ੍ਹਾਂ ਪਾਣੀ ਦੀਆਂ ਛੱਲਾਂ ਪਾਣੀ ਦਾ ਹੀ ਰੂਪ ਹੁੰਦੀਆਂ ਨੇ ਇਸੇ ਤਰ੍ਹਾਂ ਜਿਨ੍ਹਾਂ ਨੇ ਮਨ ਰੂਪੀ ਪਾਰੇ ਨੂੰ ਮਾਰ ਲਿਆ ਉਹ ਜੀਵ ਫਿਰ ਪਰਮੇਸ਼ਰ ਦਾ ਹੀ ਰੂਪ ਬਣ ਜਾਂਦੇ ਨੇ। ਮਨ ਜੀਤੈ ਜਗ ਜੀਤ। ਉਹ ਜਗ ਨੂੰ ਜਿੱਤ ਲੈਂਦੇ ਹਨ। ਤਉ ਕਾਮਨਾ ਪੁਰੇ ਤੁਮਾਰੀ। ਪਰ ਫਿਰ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਸਾਡੀ ਵੀ ਭਾਵਨਾ ਪੂਰੀ ਕਰ ਦਿਓ। ਬੜੀ ਕੀਮਤੀ ਰਸਾਇਣ ਲੈ ਕੇ ਆਏ ਆ ਇਹ ਥੋੜੀ ਜਿਹੀ ਤਾਂ ਤੁਸੀਂ ਅੰਗੀਕਾਰ ਕਰੋ
ਥੋੜੀ ਜਿਹੀ ਉਹ ਪ੍ਰਵਾਨ ਕਰ ਲਓ। ਇਕ ਚਾਵਰ ਭਰ ਵਹਿਰ ਨਿਕਾਰੀ। ਫਿਰ ਗੁਰਦੇਵ ਨੇ ਇਹਨਾਂ ਦੀ ਭਾਵਨਾ ਪੂਰੀ ਕਰਦਿਆਂ ਹੋਏ ਇੱਕ ਚਾਵਲ ਦੇ ਦਾਣੇ ਜਿੰਨੀ ਇਹ ਬਾਹਰ ਕੱਢੀ ਹੈ। ਉਪਰ ਤਰੇ ਪਾਨ ਦਵੈ ਦੈ ਇਹ ਕੈ। ਦੋ ਪੱਤਿਆਂ ਦੇ ਵਿਚਕਾਰ ਰੱਖ ਕੇ ਕਰਿਓ ਖਾਨ ਸਤਿਗੁਰ ਕਰ ਲੈ ਤੇ ਕੈ। ਆਪਣੇ ਹੱਥ ਵਿੱਚ ਲੈ ਕਰਕੇ ਇਹਨਾਂ ਦੀ ਭਾਵਨਾ ਪੂਰੀ ਕਰਦਿਆਂ ਹੋਇਆਂ ਪੁਨ ਬਿਲ ਅੰਮ੍ਰਿਤ ਸਰ ਮਹਿ ਗੇਰਾ। ਤੇ ਫਿਰ ਸਤਿਗੁਰੂ ਜੀ ਨੇ ਉਹ ਸਾਰੀ ਜਿਹੜੀ ਸੀ ਰਸਾਇਣ ਅੰਮ੍ਰਿਤ ਸਰੋਵਰ ਦੇ ਵਿੱਚ ਹੀ ਮਹਾਰਾਜ ਜੀ ਨੇ ਰੱਖ ਦਿੱਤੀ। ਮਹਾਰਾਜ ਕਹਿੰਦੇ ਇਹ ਸਭ ਤੋਂ ਕੀਮਤੀ ਪਾਵਨ ਸਰੋਵਰ ਗੁਰੂ ਰਾਮਦਾਸ ਜੀ ਨੇ ਆਪ ਰਚਿਆ ਹੈ ਤੇ ਤੁਹਾਡੀ ਵੀ ਭਾਵਨਾ ਪੂਰੀ ਕਰ ਦਿੰਦੇ ਆ, ਇਸ ਨੂੰ ਇਸ ਸਰੋਵਰ ਦੇ ਵਿੱਚ ਹੀ ਰੱਖ ਦਿੰਦੇ ਹਾਂ। ਕਰ ਮੁਰਾਤਬਾ ਤਿਨਹਿ ਉਚੇਰਾ। ਪਰ ਸਤਿਗੁਰੂ ਜੀ ਦੇ ਸ਼ਰਨ ਦੇ ਵਿੱਚ ਰਹੇ ਹਨ ਦੋਨੋਂ ਸਿੱਖ, ਭਾਈ ਜੈਤ ਭਾਈ ਸ਼ਿੰਗਾਰੂ, ਤੇ ਗੁਰਦੇਵ ਨੇ ਇਹਨਾਂ ਨੂੰ ਇਹਨਾਂ ਦੀ ਸੂਰਮਤਾਈ ਦੇਖ ਕੇ ਇਹਨਾਂ ਦੀ ਭਾਵਨਾ ਦੇਖ ਕੇ ਇਹਨਾਂ ਨੂੰ ਉੱਚਾ ਮਰਾਤਬਾ ਦਿੱਤਾ ਹੈ। ਆਤ ਸਮੀਪ ਆਪਣੇ ਕਰ ਲੀਨ। ਸਤਿਗੁਰੂ ਜੀ ਨੇ ਇਹਨਾਂ ਨੂੰ ਆਪਣੀ ਨੇੜਤਾ ਦਿੱਤੀ ਹੈ। ਬਖਸ਼ੀ ਸ਼ਕਤ ਮਹਾਬਲ ਕੀਨ। ਬਹੁਤੀ ਸ਼ਕਤੀ ਸਤਿਗੁਰਾਂ ਨੇ ਇਹਨਾਂ ਨੂੰ ਦਿੱਤੀ ਤੇ ਮਹਾਬਲੀ ਯੋਧੇ ਕੀਤਾ ਹੈ ਇਹਨਾਂ ਨੂੰ। ਪਰੇ ਜਹਾਂ ਤੁਰਕਨ ਸੰਗਰਾਮੋ। ਜਦੋਂ ਤੁਰਕਾਂ ਦੇ ਨਾਲ ਸਿੱਖਾਂ ਦਾ ਜੰਗ ਹੋਇਆ ਹੈ ਤੈ ਤੈ ਕਰੇ ਬੜੇ ਤਿਨ ਕਾਮੂ। ਉੱਥੇ ਇਹਨਾਂ ਸੂਰਮਿਆਂ ਨੇ ਭਾਈ ਜੈਤ ਭਾਈ ਸ਼ਿੰਗਾਰੂ ਜੀ ਨੇ ਵੱਡੇ ਕਾਰਜ ਕੀਤੇ ਨੇ। ਇਹ ਪ੍ਰਸੰਗ ਫਿਰ ਆਉਣ ਵਾਲੇ ਸਮੇਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਸੰਗਾਂ ਵਿੱਚ ਆਪਾਂ ਇਹਨਾਂ ਦਾ ਸਰਵਣ ਕਰਾਂਗੇ। ਦੋਹਰਾ ਜੈਤਾ ਨੰਦਾ ਸਿੱਖ ਦਵੈ। ਇਹ ਸਿੱਖਾਂ ਦੇ ਨਾਮ ਨੇ ਭਾਈ ਜੈਤਾ ਤੇ ਭਾਈ ਨੰਦਾ ਜੀ। ਸੰਗ ਪਰਾਗਾ ਹੋਏ। ਇਹਨਾਂ ਦੇ ਨਾਲ ਹੀ ਭਾਈ ਪਰਾਗਾ ਜੀ ਵੀ ਹਨ। ਸ਼੍ਰੀ ਅਰਜਨ ਕੇ ਚਰਨ ਢਿਗ। ਇਹ ਤਿੰਨੋਂ ਸਿੱਖ ਮਿਲ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਪਾਸ ਆਏ ਨਿਵੇਂ ਤਰੈ ਸੋਏ। ਤਿੰਨੇ ਹੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਕਰਕੇ ਨਿਵੇਂ ਹਨ, ਨਮਸਕਾਰ ਕੀਤੀ ਹੈ। ਚਾਉ ਪਈ ਹਾਥ ਜੋੜ ਕਰ ਅਰਜ ਗੁਜਾਰੀ। ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੇ, ਕੀਜੈ ਅਸ ਉਪਦੇਸ਼ ਉਚਾਰੀ। ਸਤਿਗੁਰੂ ਜੀ ਕਿਰਪਾ ਕਰੋ ਆਪਣਾ ਉੱਤਮ ਕੀਮਤੀ ਉਪਦੇਸ਼ ਸਾਡੇ ਤਾਈਂ ਦੇਵੋ। ਜਿਸ ਤੇ ਅਪਰ ਨ ਕਰਤਬ ਰਹੈ। ਫਿਰ ਐਸਾ ਕੋਈ ਉਪਦੇਸ਼ ਦੇਵੋ ਕਿ ਸਾਨੂੰ ਹੋਰ ਕੋਈ ਕੰਮ ਕਰਨ ਵਾਲਾ ਸਾਡੇ ਲਈ ਰਹਿ ਹੀ ਨਾ ਜਾਵੇ। ਤੇ ਮਹਾਰਾਜ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ, ਕਿਉਂਕਿ ਜਿੱਥੇ ਹੋਰ ਮਤਾਂ ਵਾਲਿਆਂ ਨੂੰ ਕਿਹਾ ਜਾਂਦਾ ਹੈ ਕਿ ਫਲਾਣੇ ਦਿਨ ਫਲਾਣਾ ਕੰਮ, ਫਲਾਣੇ ਸਮੇਂ ਫਲਾਣਾ ਕੰਮ, ਆਹ ਕਰਮ ਕਰੋ, ਮਹਾਰਾਜ ਨੇ ਸਾਨੂੰ ਇੱਕੋ ਇੱਕ ਕੀਮਤੀ ਉਪਦੇਸ਼ ਦਿੱਤਾ ਹੈ, ਉਹ ਹੈ ਪਰਮੇਸ਼ਰ ਦਾ ਨਾਮ, ਜੋ ਸਭ ਤੋਂ ਉੱਤਮ ਹੈ। ਇਹਨਾਂ ਸਿੱਖਾਂ ਨੇ ਬੇਨਤੀ ਕੀਤੀ ਹੈ, ਭਾਈ ਨੰਦਾ ਭਾਈ ਜੈਤਾ ਤੇ ਭਾਈ ਪਿਰਾਗਾ ਕਹਿਣ ਲੱਗੇ ਸਤਿਗੁਰੂ ਐਸਾ ਉਪਦੇਸ਼ ਦੇਵੋ ਜਿਹਦੇ ਨਾਲ ਫਿਰ ਸਾਨੂੰ ਕੋਈ ਹੋਰ ਕੰਮ ਕਰਨਾ ਸਾਡਾ ਬਾਕੀ ਨਾ ਰਹਿ ਜਾਵੇ। ਧਰੇ ਹਿਰਦੈ ਆਛੋ ਪਦ ਲਹੈ। ਆਪ ਜੀ ਦਾ ਉਪਦੇਸ਼ ਅਸੀਂ ਹਿਰਦੇ ਵਿੱਚ ਧਾਰਨ ਕਰੀਏ ਤੇ ਉੱਚੀ ਪਦਵੀ ਪ੍ਰਾਪਤ ਹੋ ਜਾਵੇ। ਸ਼੍ਰੀ ਮੁਖ ਤੇ ਉਪਦੇਸ਼ ਬਖਾਨਾ। ਗੁਰਦੇਵ ਨੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਉਪਦੇਸ਼ ਦਿੱਤਾ ਹੈ। ਇੰਦਰੈ ਰੋਕੋ ਬਨ ਸਾਵਧਾਨਾ। ਗੁਰਦੇਵ ਕਹਿੰਦੇ ਹਨ, ਪਿਆਰਿਓ ਸਾਵਧਾਨ ਹੋਵੋ ਤੇ ਆਪਣੇ ਇੰਦਰੀਆਂ ਨੂੰ ਰੋਕੋ, ਕਿਉਂਕਿ ਇਹ ਇੰਦਰੇ ਜਿਹੜੇ ਹਨ ਜਿਨ੍ਹਾਂ ਬਾਰੇ ਭਗਤ ਕਬੀਰ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਨੈਨੂ ਨਕਟੂ ਸ਼ਰਵਨੂ ਰਸਪਤ ਇੰਦਰੀ ਕਹਿਆ ਨਾ ਮਨ। ਇਹ ਇੰਦਰੇ ਹੈ ਤੇ ਅਮੋੜ ਹਨ, ਪਰ ਅੱਗੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਹੈ ਕਿ ਜਦੋਂ ਜੀਵ ਦਾ ਸੰਸਕਾਰ ਹੁੰਦਾ ਹੈ, ਅੱਗ ਲੱਗਦੀ, ਇਹ ਇੰਦਰੇ ਸਾਥ ਛੱਡ ਜਾਂਦੇ ਨੇ ਤੇ ਜੀਵ ਆਤਮਾ ਤੇ ਇਕੱਲੀ ਜਾਂਦੀ। ਇਹਨਾਂ ਇੰਦਰੀਆਂ ਪਿੱਛੇ ਲਾ ਕੇ ਜੀਵ ਮਾੜੇ ਕਰਮ ਕਰਦਾ ਹੈ। ਅੱਖਾਂ ਪਿੱਛੇ ਲਾ ਕੇ ਮਾੜਾ ਦੇਖਣਾ, ਕੰਨਾਂ ਪਿੱਛੇ ਲਾ ਕੇ ਮਾੜਾ ਸੁਣਨਾ, ਜ਼ੁਬਾਨ ਨੇ ਮਾੜਾ ਬੋਲਿਆ, ਪੈਰ ਮਾੜੀ ਥਾਂ ਚੱਲ ਕੇ ਕਹੇ, ਹੱਥਾਂ ਨੇ ਮਾੜਾ ਕੀਤਾ, ਇੰਦਰੀਆਂ ਨੇ ਵਿਕਾਰ ਭੋਗੇ, ਪਰ ਜਿਹੜੀ ਸਜ਼ਾ ਸੀ ਉਹ ਜੀਵ ਆਤਮਾ ਜਿਹੜੀ ਸੀ ਵੱਜ ਗਈ ਤੇ ਜੀਵ ਨੂੰ ਮਿਲੀ ਹੈ। ਇਸ ਲਈ ਭਗਤ ਜੀ ਨੇ ਕਿਹਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੋਰ ਨਾ ਭਉ ਜਲ ਫੇਰ। ਇੱਥੇ ਸਿੱਖਾਂ ਨੇ ਬੇਨਤੀ ਕੀਤੀ ਉਪਦੇਸ਼ ਦੇਵੋ, ਤੇ ਗੁਰਦੇਵ ਕਹਿੰਦੇ ਨੇ ਸਾਵਧਾਨ ਹੋਵੋ ਤੇ ਆਪਣੇ ਇੰਦਰੀਆਂ ਨੂੰ ਆਪਣੇ ਵਸ ਵਿੱਚ ਕਰੋ। ਇਹਨਾਂ ਇੰਦਰੀਆਂ ਨੂੰ ਸਭ ਤੋਂ ਪਹਿਲਾਂ ਰੋਕੋ, ਕਿਉਂਕਿ ਇੰਦਰੀਆਂ ਰਾਹੀਂ ਹੀ ਮਨ ਚੰਚਲ ਹੁੰਦਾ ਹੈ। ਅੱਖਾਂ ਜਦ ਮਾੜਾ ਦੇਖਦੀਆਂ ਨੇ ਤੇ ਸਿਆਣੇ ਕਹਿੰਦੇ ਨੇ ਅੱਖਾਂ ਤੇ ਕੰਨ ਤੇ ਮੂੰਹ ਇਹ ਦਰਵਾਜ਼ੇ ਹਨ, ਤੇ ਜੇ ਦਰਵਾਜ਼ੇ ਰਾਹੀਂ ਮਾੜੀ ਚੀਜ਼ ਅੰਦਰ ਜਾਵੇਗੀ ਉਹੀ ਘਰ ਵਿੱਚ ਪ੍ਰਵੇਸ਼ ਕਰੇਗੀ। ਪਰ ਸਿਆਣੇ ਜਦੋਂ ਕਿਤੇ ਕੋਈ ਝੱਖੜ ਹਨੇਰੀ ਚੱਲੇ ਤੇ ਸਭ ਤੋਂ ਪਹਿਲਾਂ ਕਹਿੰਦੇ ਨੇ ਬੂਹੇ ਬਾਰੀਆਂ ਬੰਦ ਕੀਤੀਆਂ ਜਾਣ, ਬਾਹਰਲੀ ਗੰਦਗੀ ਘਰ ਦੇ ਅੰਦਰ ਨਾ ਆਵੇ। ਇਸੇ ਤਰ੍ਹਾਂ ਜਿਹੜੇ ਗਿਆਨਵਾਨ ਹਨ ਉਹ ਇਹਨਾਂ ਇੰਦਰੀਆਂ ਨੂੰ ਆਪਣੇ ਕਾਬੂ ਦੇ ਵਿੱਚ ਰੱਖਦੇ। ਕਿਸ ਤਰ੍ਹਾਂ?
ਅੱਖਾਂ ਰਾਹੀਂ ਮਾੜਾ ਨਹੀਂ ਦੇਖਦੇ, ਕੰਨਾਂ ਰਾਹੀਂ ਮਾੜਾ ਨਹੀਂ ਸੁਣਦੇ, ਜ਼ੁਬਾਨ ਰਾਹੀਂ ਮਾੜਾ ਨਹੀਂ ਬੋਲਦੇ, ਪੈਰਾਂ ਰਾਹੀਂ ਚੱਲ ਕੇ ਮਾੜੀ ਸੰਗਤ ਵਿੱਚ ਨਹੀਂ ਜਾਂਦੇ, ਹੱਥਾਂ ਨਾਲ ਕਿਸੇ ਦਾ ਬੁਰਾ ਨਹੀਂ ਕਰਦੇ। ਇਸ ਤਰ੍ਹਾਂ ਇੰਦਰੀਆਂ ਨੂੰ ਵਸ ਵਿੱਚ ਕਰਨਾ ਹੈ। ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਜੀਭਾਂ ਬਾਝੋਂ ਬੋਲਣਾ, ਵਿਣ ਹੱਥਾਂ ਕਰਨਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਇਹਨੂੰ ਕਿਹਾ ਜਾਂਦਾ ਹੈ ਜੀਵਤ ਮਰਨਾ। ਜਿਉਂਦਿਆਂ ਜੀ ਆਪਣੇ ਆਪ ਨੂੰ ਮਾਰ ਲੈਣਾ। ਤੇ ਮਾਰ ਲੈਣਾ ਇਹ ਨਹੀਂ ਕਿ ਸੁਸਾਈਡ ਕਿਸੇ ਨੇ ਕਰ ਲਈ ਤੇ ਜਿਉਂਦਿਆਂ ਜੀ ਆਪਣਾ ਆਪ ਖਤਮ ਕੀਤਾ। ਉਹਦੇ ਬਾਬਤ ਤੇ ਗੁਰਦੇਵ ਨੇ ਕਿਹਾ ਹੈ ਆਤਮ ਘਾਤੀ ਹੈ ਜਗਤ ਕਸਾਈ। ਬੜਾ ਵੱਡਾ ਪਾਪੀ ਹਥਿਆਰ ਹੈ ਜਿਨੇ ਮਨੁੱਖਾ ਜਨਮ ਲੈ ਕਰਕੇ ਆਪਣੀ ਜੀਵਨ ਲੀਲਾ ਆਪ ਖਤਮ ਕੀਤੀ। ਜੀਵਤ ਮਰਨਾ ਹੈ ਇਹਨਾਂ ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਕਰ ਲੈਣਾ, ਵਸ ਵਿੱਚ ਕਰ ਲੈਣਾ। ਮਹਾਰਾਜ ਕਹਿੰਦੇ ਇਹਨੇ ਇੰਦਰੀਆਂ ਨੂੰ ਵਸ ਵਿੱਚ ਕਰਕੇ ਸਾਵਧਾਨ ਹੋਵੋ। ਸਵਾਸ ਸਵਾਸ ਸਿਮਰੋ ਅਠ ਜਾਮ। ਇਹ ਇੰਦਰੇ ਵਸ ਵਿੱਚ ਕਿਸ ਤਰ੍ਹਾਂ ਆਉਂਦੇ ਨੇ? ਸਤਿਗੁਰੂ ਕਹਿੰਦੇ ਅੱਠੇ ਪਹਿਰ ਸਵਾਸ ਸਵਾਸ ਗੁਰ ਮੰਤਰ ਨੂੰ ਸਿਮਰੋ। ਬਾਣੀ ਪੜ੍ਹੋ, ਸੌਣ ਲੱਗਿਆਂ ਬਾਣੀ ਪੜ੍ਹੋ। ਸਾਰਾ ਦਿਨ ਆਪਣੀ ਬਿਰਤੀ ਜਿਹੜੀ ਉਹ ਗੁਰ ਉਪਦੇਸ਼ ਵਿੱਚ ਟਿਕਾ ਕੇ ਰੱਖੀਏ ਕਿ ਸਾਨੂੰ ਗੁਰੂ ਸਾਹਿਬ ਜੀ ਨੇ ਉਪਦੇਸ਼ ਕੀ ਦਿੱਤਾ ਹੈ, ਅਸੀਂ ਕਰ ਕੀ ਰਹੇ ਹਾਂ। ਇਸ ਲਈ ਅੱਠੇ ਪੈਰ ਆਪਣੀ ਬਿਰਤੀ ਸਿਮਰਨ ਨਾਲ ਜੋੜ ਕੇ ਰੱਖਣੀ ਹੈ। ਸਭ ਤੇ ਊਚ ਵਾਹਿਗੁਰੂ ਨਾਮ। ਮਹਾਰਾਜ ਕਹਿੰਦੇ ਨੇ ਪਿਆਰੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਭ ਤੋਂ ਉੱਚਾ ਹੈ ਵਾਹਿਗੁਰੂ ਨਾਮ। ਇਸ ਲਈ ਧਿਆਨ ਵਿੱਚ ਰੱਖਣਾ ਅੱਠੇ ਪੈਰ ਜਿੱਥੇ ਸਿਮਰਨ ਵਿੱਚ ਬਿਰਤੀ ਟਿਕਾਉਣੀ ਹੈ ਤੇ ਸਭ ਤੋਂ ਉੱਚਾ ਵਾਹਿਗੁਰੂ ਗੁਰਮੰਤਰ ਹੈ, ਨਾਮ ਹੈ। ਜਬੇ ਟਿਕੇ ਨਹਿ ਬ੍ਰਿਤ ਨਿਹਾਰੋ। ਤੇ ਫਿਰ ਮਹਾਰਾਜ ਕਹਿੰਦੇ ਜਦੋਂ ਜਪਦੇ ਹੋ ਤੇ ਇਹ ਦੇਖਦੇ ਹੋ ਕਿ ਹਲੇ ਬਿਰਤੀ ਟਿਕ ਨਹੀਂ ਰਹੀ। ਆਵਹਿ ਵਹਿਰ ਤਾਂ ਸ਼ਬਦ ਉਚਾਰੋ। ਜੇ ਬਾਰ-ਬਾਰ ਬਿਰਤੀ ਹੋਰ ਥਾਵਾਂ ਤੇ ਭੱਜੇ ਤੇ ਫਿਰ ਮਹਾਰਾਜ ਕਹਿੰਦੇ ਸ਼ਬਦ ਉਚਾਰੋ, ਫਿਰ ਸ਼ਬਦ ਦਾ ਅਭਿਆਸ ਕਰੋ, ਫਿਰ ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਬਿਰਤੀ ਬਾਹਰ ਆਉਂਦੀ ਹੈ, ਬਿਰਤੀ ਖਿੰਡਦੀ ਹੈ, ਬਿਰਤੀ ਮਾੜੇ ਪਾਸੇ ਲਿਜਾਂਦੀ ਹੈ ਤੇ ਮਹਾਰਾਜ ਕਹਿੰਦੇ ਸਭ ਤੋਂ ਉੱਚਾ ਹੈ ਵਾਹਿਗੁਰੂ ਨਾਮ। ਤੇ ਫਿਰ ਪੁਨਹ ਪੁਨਹ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੋ। ਰਾਖੋ ਪਰਚਾ ਸਤਿਗੁਰ ਬਾਣੀ। ਸਦਾ ਹੀ ਜਿਹੜਾ ਪਰਚੇ ਦਾ ਅਰਥ ਹੈ ਭਰੋਸਾ, ਤੇ ਜਿਹੜਾ ਭਰੋਸਾ ਹੈ ਸਿੱਖ ਦਾ ਉਹ ਗੁਰੂ ਦੀ ਬਾਣੀ ਦਾ ਰੱਖੇ। ਪਰਚਾ ਜਦੋਂ ਵੀ ਪੜ੍ਹਨਾ ਹੈ ਤੇ ਗੁਰੂ ਕੀ ਬਾਣੀ ਸ਼ਰਧਾ ਨਾਲ ਪੜ੍ਹੇ। ਤਿਸ ਹੀ ਤੇ ਹੋਵੋ ਬ੍ਰਹਮ ਗਿਆਨੀ। ਮਹਾਰਾਜ ਕਹਿੰਦੇ ਗੁਰ ਸਿੱਖੋ ਇਸੇ ਤਰ੍ਹਾਂ ਤੁਸੀਂ ਫਿਰ ਬ੍ਰਹਮ ਗਿਆਨੀ ਬਣੋਗੇ। ਬ੍ਰਹਮ ਗਿਆਨੀ ਕਿਹਨੂੰ ਕਿਹਾ ਜਾਂਦਾ ਹੈ? ਜਿਹੜਾ ਬ੍ਰਹਮ ਦਾ ਗਿਆਨ ਰੱਖਦਾ ਹੈ ਤੇ ਅੱਠੇ ਪੈਰ ਸਿਮਰਨ ਕਰਦਾ ਹੈ, ਬਾਣੀ ਦੀ ਟੇਕ ਰੱਖਦਾ ਹੈ ਤੇ ਉਹ ਸਿੱਖ ਫਿਰ ਆਤਮ ਗਿਆਨੀ ਹੁੰਦਾ ਹੈ। ਉਹਨੂੰ ਪਤਾ ਮੇਰਾ ਨਿਜ ਸਰੂਪ ਆਤਮ ਸਰੂਪ ਹੈ ਤੇ ਆਤਮਾ ਬ੍ਰਹਮ ਦਾ ਸਰੂਪ ਹੈ। ਇਸ ਕਰਕੇ ਉਹ ਫਿਰ ਬ੍ਰਹਮ ਨੂੰ ਜਾਣ ਕੇ ਬ੍ਰਹਮ ਗਿਆਨੀ ਬਣਦੇ ਨੇ। ਇਸ ਲਈ ਸਿੱਖ ਹੀ ਆਤਮ ਗਿਆਨੀ, ਸਿੱਖ ਹੀ ਬ੍ਰਹਮ ਗਿਆਨੀ ਹੈ। ਇਹਨੂੰ ਹੀ ਗੁਰੂ ਸਾਹਿਬ ਨੇ ਉੱਚੇ ਮਰਾਤਬੇ ਦਿੱਤੇ ਨੇ, ਉੱਚੀਆਂ ਪਦਵੀਆਂ ਦਿੱਤੀਆਂ ਹਨ। ਸ਼੍ਰੀ ਸਤਿਗੁਰ ਤੇ ਸੁਨ ਉਪਦੇਸ਼। ਇਹਨਾਂ ਗੁਰ ਸਿੱਖਾਂ ਨੇ ਭਾਈ ਜੈਤਾ, ਭਾਈ ਨੰਦਾ ਤੇ ਭਾਈ ਪਿਰਾਗਾ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮੁਖ ਤੋਂ ਉਪਦੇਸ਼ ਸੁਣਿਆ ਹੈ। ਲੱਗੇ ਕਰਨ ਤਿਸ ਰੀਤ ਹਮੇਸ਼। ਹਮੇਸ਼ਾ ਗੁਰੂ ਸਾਹਿਬ ਜੀ ਦਾ ਬਚਨ ਸੁਣ ਕੇ ਉਹਦੀ ਕਮਾਈ ਕਰਨ ਲੱਗੇ ਹਨ। ਵਿਪਰਨ ਦੇਖ ਕਹਿਓ ਕਿਆ ਕੀਨਾ। ਜਦੋਂ ਇਹਨਾਂ ਵੱਲ ਬ੍ਰਾਹਮਣਾਂ ਨੇ ਦੇਖਿਆ ਤੇ ਉਹਨਾਂ ਨੇ ਇਹਨਾਂ ਵੱਲ ਦੇਖ ਕੇ ਕਹਿਣ ਲੱਗੇ ਤੁਸੀਂ ਕੀ ਕਰਦੇ ਹੋ? ਕਰਮ ਕਾਂਡ ਸਗਰੋ ਤਜ ਦੀਨਾ। ਤੁਸੀਂ ਤਾਂ ਸਾਰੇ ਕਰਮ ਕਾਂਡ ਹੀ ਛੱਡ ਦਿੱਤੇ ਹਨ। ਨਿਤ ਨਮਿਤ ਕਰਮ ਸਭ ਤਿਆਗੇ। ਜਿਹੜੇ ਪਹਿਲਾਂ ਨਿਤ ਅਤੇ ਨਮਿਤ ਕਰਮ ਕਰਦੇ ਸੀ। ਨਿਤ ਕਰਮ ਹੁੰਦੇ ਨੇ ਰੋਜ਼ਾਨਾ ਕਰਨ ਵਾਲੇ, ਨਮਿਤ ਹੁੰਦੇ ਨੇ ਕਿਸੇ ਖਾਸ ਦਿਨਾਂ ਤੇ ਖਾਸ ਪੁਰਬਾਂ ਤੇ ਕੀਤੇ ਜਾਣ, ਉਹਨੂੰ ਕਹਿੰਦੇ ਹਨ ਨਮਿਤ ਕਰਮ। ਤੇ ਉਹ ਜਿਹੜੇ ਬ੍ਰਾਹਮਣ ਸਨ, ਜਿਹੜੇ ਸਿੱਖ ਗੁਰੂ ਸਾਹਿਬ ਤੋਂ ਉਪਦੇਸ਼ ਲੈ ਕੇ ਗਏ, ਉਹਦੀ ਕਮਾਈ ਕਰਨ ਲੱਗੇ। ਕਿਉਂਕਿ ਜਦੋਂ ਮਹਾਰਾਜ ਜੀ ਦੀ ਆਪਾਂ ਸ਼ਹਾਦਤ ਬਾਰੇ ਪੜ੍ਹਦੇ ਹਨ ਤੇ ਚਲੋ ਸਭ ਤੋਂ ਵੱਡਾ ਜਿਹੜਾ ਰੋਲ ਸੀ ਉਹ ਬਾਦਸ਼ਾਹ ਦਾ ਸੀ, ਪਰ ਉਹਨਾਂ ਵਿੱਚ ਕੁਝ ਉਹਨਾਂ ਦੇ ਸਾਥੀ ਵੀ ਬਣੇ ਤੇ ਉਹ ਸਾਥੀ ਬਣੇ ਬਾਦਸ਼ਾਹ ਦੇ ਜਿਨ੍ਹਾਂ ਨੇ ਧਰਮ ਦੇ ਪਹਿਰਾਵੇ ਪਾਏ ਸਨ ਪਰ ਧਰਮ ਤੋਂ ਗਿਆਨ ਤੋਂ ਸਖਣੇ ਸਨ। ਉਹਨਾਂ ਨੂੰ ਇੰਝ ਲੱਗਦਾ ਸੀ ਕਿ ਸਾਡੀਆਂ ਦੁਕਾਨਾਂ ਬੰਦ ਹੋਣ ਲੱਗ ਪਈਆਂ। ਜਿਹੜੇ ਆਪਣੇ ਆਪ ਵਿੱਚ ਕਹਿੰਦੇ ਕਾਉਂਦੇ ਸਨ ਕਿ ਅਸੀਂ ਬੜੇ ਉੱਚੇ ਪੰਡਤ ਹਾਂ, ਅਸੀਂ ਕਾਜੀ ਹਾਂ, ਪਰ ਧਰਮ ਤੋਂ ਸਖਣੇ ਸਨ, ਕੱਲੇ ਪਹਿਰਾਵੇ ਨੂੰ ਤਰਜੀਹ ਦੇ ਰਹੇ ਸਨ। ਉਹਨਾਂ ਨੇ ਸਿੱਖਾਂ ਵੱਲ ਦੇਖਿਆ ਤੇ ਮਹਾਰਾਜ ਨੇ ਤਾਂ ਉਪਦੇਸ਼ ਦਿੱਤਾ ਕਿ ਤੁਸੀਂ ਸਿਮਰਨ ਕਰੋ, ਸਭ ਤੋਂ ਉੱਚਾ ਵਾਹਿਗੁਰੂ ਨਾਮ ਹੈ, ਨਾਮ ਜਪੋ। ਬਾਰ-ਬਾਰ ਮਹਾਰਾਜ ਕਹਿੰਦੇ ਅਭਿਆਸ ਕਰੋ, ਅੱਠੇ ਪੈਰ ਅਭਿਆਸ ਕਰੋ ਤੇ ਨਾਮ ਦਾ ਅਭਿਆਸ ਕਰੋ।
ਜੇ ਤੁਸੀਂ ਨਾਮ ਜਪਦੇ ਹੋ ਨਾ ਤੇ ਫਿਰ ਤੁਹਾਨੂੰ ਹੋਰ ਕਰਮ ਕਾਂਡ ਕਰਨੇ ਰਹਿ ਨਹੀਂ ਜਾਂਦੇ, ਕਿਉਂਕਿ ਸਭ ਤੋਂ ਉੱਚਾ ਨਾਮ ਹੈ। ਤੇ ਜਿਹੜਾ ਨਾਮ ਜਪ ਰਿਹਾ ਤੇ ਉਹਦੇ ਲਈ ਫਿਰ ਹੋਰ ਕਰਮ ਕਾਂਡ, ਅੱਜ ਵੀਰਵਾਰ, ਅੱਜ ਸ਼ੁੱਕਰਵਾਰ, ਅੱਜ ਫਲਾਣੀ ਦਾਲ, ਅੱਜ ਫਲਾਣਾ ਸਮਾਨ ਲੈ ਜਾਓ, ਅੱਜ ਉੱਥੇ ਤੇਲ ਚੜਾਓ, ਨਹੀਂ। ਉਹਨੂੰ ਪਤਾ ਹੈ ਕਿ ਆਤਮ ਗਿਆਨੀ ਨੂੰ ਕਿ ਨਾਮ ਸਭ ਤੋਂ ਉੱਚਾ ਹੈ। ਇਸ ਲਈ ਭਾਵੇਂ ਕੋਈ ਮੱਤ ਵਾਲਾ ਸੰਤ ਹੈ, ਉਹ ਇਹੋ ਕਹੇਗਾ ਕਿ ਤੁਸੀਂ ਪਰਮੇਸ਼ਰ ਦਾ ਨਾਮ ਜਪੋ। ਪਿਛਲੇ ਪ੍ਰਸੰਗਾਂ 'ਚ ਵੀ ਆਪਾਂ ਸਰਵਣ ਕੀਤਾ ਹੈ, ਭਾਵੇਂ ਹੋਰ ਮਤਾਂ ਦੇ ਅਵਤਾਰੀ ਪੁਰਖ ਵੀ ਹੋਏ, ਪਰ ਉਹਨਾਂ ਨੇ ਵੀ ਕਿਹਾ ਨਾਮ ਦੀ ਮਹਾਨਤਾ ਦਰਸਾਉਂਦਿਆਂ ਹੋਇਆਂ ਕਿ ਨਾਮ ਲਿਖਿਆ ਪੱਥਰਾਂ ਤੇ ਉਹ ਪੱਥਰ ਵੀ ਤਾਰ ਦਿੱਤੇ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤੋਂ ਉਪਦੇਸ਼ ਲਿਆ, ਪਰ ਇਹਨਾਂ ਸਿੱਖਾਂ ਨੇ ਜਦ ਕਮਾਈ ਕੀਤੀ, ਉਹਨਾਂ ਬ੍ਰਾਹਮਣਾਂ ਨੇ ਇਹਨਾਂ ਵੱਲ ਦੇਖਿਆ ਤੇ ਉਹ ਬ੍ਰਾਹਮਣ ਕਹਿਣ ਲੱਗੇ ਕਿ ਤੁਸੀਂ ਤਾਂ ਕਰਮਕਾਂਡ ਹੀ ਛੱਡ ਦਿੱਤੇ ਜਿਹੜੇ ਨਿਤ ਨਮਿਤ ਕਰਨ ਵਾਲੇ ਸਨ, ਤੇ ਇਸ ਤਰ੍ਹਾਂ ਤੁਹਾਡਾ ਜਿਹੜਾ ਕਿਸ ਤਰ੍ਹਾਂ ਉਧਾਰ ਹੋਵੇਗਾ। ਭ੍ਰਿਸ਼ਟ ਭਾਏ ਤੁਮ ਕਿਸ ਮਗ ਲਾਗੇ, ਤੁਸੀਂ ਕਿਸ ਦੇ ਪਿੱਛੇ ਲੱਗ ਗਏ, ਤੁਸੀਂ ਤਾਂ ਭ੍ਰਿਸ਼ਟ ਹੋ ਗਏ। ਇਹਨਾਂ ਕਰਮ ਕਾਂਡਾਂ ਦੇ ਨਾਲ ਜੀਵ ਪਵਿੱਤਰ ਰਹਿੰਦਾ ਹੈ, ਤੁਸੀਂ ਕਰਮ ਕਾਂਡ ਛੱਡ ਦਿੱਤੇ। ਤੇ ਕਰਮ ਕਾਂਡ ਕੀ ਸੀ? ਉਹੀ ਜਿਹੜੇ ਨਾਮ ਨੂੰ ਛੱਡ ਕੇ ਹੋਰ ਕਰਮ ਕੀਤੇ ਜਾ ਰਹੇ ਸਨ, ਉਹ ਕਰਮ ਕਾਂਡ ਸਨ। ਪਰ ਮਹਾਰਾਜ ਕਹਿੰਦੇ ਸਭ ਤੋਂ ਉੱਚਾ ਤੇ ਨਾਮ ਹੈ। ਕੋਈ ਵੀ ਸਾਨੂੰ ਧਰਮ ਦਾ ਕਰਮ ਨਾਮ ਵੱਲ ਲਿਜਾਂਦਾ ਹੈ, ਪਰ ਜੇ ਨਾਮ ਨੂੰ ਛੱਡ ਕੇ ਤੇ ਐਵੇਂ ਫਜ਼ੂਲ ਕਰਮ ਕਾਂਡਾਂ ਵਿੱਚ ਲੱਗੇ ਰਹੇ ਤੇ ਉਹਨਾਂ ਦਾ ਲਾਭ ਕੀ? ਇਹ ਕਹਿਣ ਲੱਗੇ ਤੁਸੀਂ ਕਰਮ ਕਾਂਡ ਕਰਦੇ ਨਹੀਂ, ਤੁਸੀਂ ਭ੍ਰਿਸ਼ਟ ਹੋ ਗਏ ਹੋ। ਕਿਹੜੇ ਮਾਰਗ, ਕਿਹੜੇ ਰਸਤੇ ਤੇ ਤੁਸੀਂ ਤੁਰ ਪਏ ਹੋ? ਗਨ ਪੰਡਤ ਮੈਂ ਤਿਨਹੁ ਬਖਾਨਾ, ਜਿਹੜੇ ਉਹਨਾਂ ਵਿੱਚ ਪੰਡਤ ਸਨ, ਹਾਂ, ਜਿਹੜੇ ਬਹੁਤੇ ਪੰਡਤ ਬੈਠੇ ਸੀ, ਉਹਨਾਂ ਵਿੱਚ ਇਹਨਾਂ ਸਿੱਖਾਂ ਨੇ ਕਿਹਾ ਮਿਲਿਓ ਹਮੇ ਸਤਿਗੁਰੂ ਮਹਾਨਾ। ਕਹਿਣ ਲੱਗੇ ਪੰਡਤਾਂ ਦੇ ਤਾਈਂ ਕਿ ਸਾਨੂੰ ਹੁਣ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਸਾਨੂੰ ਬੜਾ ਵੱਡਾ ਸਤਿਗੁਰੂ ਮਿਲ ਪਿਆ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਾਨੂੰ ਕੋਈ ਪਤਾ ਨਹੀਂ, ਸਾਡੇ ਕੋਲ ਕੋਈ ਗਿਆਨ ਨਹੀਂ, ਸਾਨੂੰ ਧਿਆਨ ਟਿਕਾਉਣ ਦੀ ਸਾਡੇ ਕੋਲ ਯੁਕਤੀ ਵੀ ਨਹੀਂ। ਸਾਨੂੰ ਇਹ ਨਹੀਂ ਪਤਾ ਕਿ ਕਿਹੜਾ ਧਰਮ ਦਾ ਕਰਮ ਕਰਨ ਦੇ ਨਾਲ ਆਹ ਮਿਲੇਗਾ, ਉਹ ਮਿਲੇਗਾ। ਸਾਨੂੰ ਇਹਨਾਂ ਪਤਾ ਹੈ ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੋਂ ਵੱਡਾ ਅਕਾਲ ਪੁਰਖ ਦਾ ਸਰੂਪ ਗੁਰੂ ਨਾਨਕ ਸਾਹਿਬ, ਤੇ ਜਿਹੜਾ ਮਾਰਗ ਰਸਤਾ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ ਉਹ ਸਭ ਤੋਂ ਉੱਚਾ ਤੇ ਮਹਾਨ ਹੈ। ਇਹਨਾਂ ਸਿੱਖਾਂ ਨੇ ਕਿਹਾ, ਜਦੋਂ ਉਹਨਾਂ ਪੰਡਤਾਂ ਨੇ ਕਿਹਾ ਨਾ ਕਿ ਤੁਸੀਂ ਕਿਹੜੇ ਮਾਰਗ ਰਸਤੇ ਤੇ ਤੁਰ ਪਏ ਹੋ, ਤੁਸੀਂ ਆਹ ਕਰਮਕਾਂਡ ਛੱਡ ਦਿੱਤੇ, ਤੁਸੀਂ ਤਾਂ ਭ੍ਰਿਸ਼ਟੇ ਗਏ। ਤੇ ਅੱਗੋਂ ਸਿੱਖਾਂ ਨੇ ਕਿਹਾ, ਕਹਿਣ ਲੱਗੇ ਪੰਡਤ ਜੀ, ਜਿੱਥੇ ਪੰਡਤ ਇਕੱਠੇ ਹੋ ਕੇ ਬੈਠੇ ਸਨ, ਮਿਲਿਓ ਹਮੇ ਸਤਿਗੁਰੂ ਮਹਾਨਾ, ਸਾਨੂੰ ਬੜਾ ਮਹਾਨ ਵੱਡਾ ਸਤਿਗੁਰੂ ਮਿਲਿਆ ਹੈ। ਸੱਚਮੁੱਚ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਐਸੇ ਮਹਾਨ ਸਤਿਗੁਰੂ ਹਨ। ਕਿਹੜਾ ਗੁਰੂ ਆਪਣੇ ਚੇਲਿਆਂ ਦੀ ਖਾਤਰ, ਆਪਣੇ ਸਿੱਖਾਂ ਦੀ ਖਾਤਰ, ਆਪਣੇ ਜਿਹੜੇ ਹਨ ਸ਼ਿਸ਼, ਉਹਨਾਂ ਦੀ ਖਾਤਰ ਆਪਣੇ ਪ੍ਰਾਣ ਜਿਹੜੇ ਹਨ ਉਹਨਾਂ ਨੂੰ ਤਿਆਗਦਾ ਹੈ, ਆਪਣੀ ਸ਼ਹਾਦਤ ਦਿੰਦਾ ਹੈ। ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਸਤਿਗੁਰਾਂ ਨੇ ਇਹ ਬਾਣੀ ਨੂੰ ਅਖੰਡ ਰੱਖਣ ਵਾਸਤੇ ਕਿ ਆਉਣ ਵਾਲੇ ਸਮੇਂ ਵਿੱਚ ਮਨੁੱਖਤਾ ਦੇ ਭਲੇ ਵਾਸਤੇ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪਾਦਨਾ ਕੀਤੀ, ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਸ਼ਹਾਦਤ ਤੱਕ ਦਿੱਤੀ। ਇਸ ਲਈ ਸਿੱਖ ਕਹਿਣ ਲੱਗੇ, ਇਹਨਾਂ ਪੰਡਤਾਂ ਨੂੰ ਕਹਿੰਦੇ ਹਨ ਕਿ ਸਾਨੂੰ ਮਹਾਨ ਸਤਿਗੁਰੂ ਮਿਲਿਆ ਹੈ। ਤਬ ਤੇ ਮ੍ਰਿਤਕ ਪਿਤਾ ਅਗਿਆਨ, ਤੇ ਜਦੋਂ ਮਹਾਨ ਸਤਿਗੁਰੂ ਮਿਲਿਆ ਨਾ, ਅਗਿਆਨਤਾ ਰੂਪੀ ਜਿਹੜਾ ਪਿਓ ਸੀ ਉਹਦੀ ਮੌਤ ਹੋ ਗਈ। ਇਹ ਅਗਿਆਨਤਾ, ਪਿਤਾ ਤੋਂ ਭਾਵ ਇੱਥੇ ਅਗਿਆਨਤਾ ਹੈ। ਅਗਿਆਨਤਾ ਰੂਪੀ ਜਿਹੜਾ ਪਿਓ ਸੀ ਉਹ ਮਰ ਗਿਆ। ਜਨਮਿਓ ਘਰ ਸਪੂਤ ਬ੍ਰਹਮ ਗਿਆਨ, ਹੁਣ ਤਾਂ ਬ੍ਰਹਮ ਗਿਆਨ ਰੂਪੀ ਪੁੱਤਰ ਜਿਹੜਾ ਉਹਨੇ ਜਨਮ ਲਿਆ ਹੈ। ਮਰਨ ਜਨਮ ਤੇ ਸੂਤਕ ਭਇਓ, ਤੇ ਫਿਰ ਹੁਣ ਅਸੀਂ ਉਹ ਗਿਆਨ ਰੂਪੀ ਪੁੱਤਰ ਦੇ ਜਨਮ ਲੈਣ ਦੇ ਨਾਲ ਫਿਰ ਕੀ ਹੋਇਆ? ਮਰਨ ਜਨਮ ਤੇ ਸੂਤਕ ਭਇਓ, ਜਿਹੜਾ ਜਨਮ ਮਰਨ ਸੀ ਉਹ ਕੱਟਿਆ ਗਿਆ ਹੈ। ਤਬ ਤੇ ਕਰਮ ਕਾਂਡ ਮਿਟ ਗਇਓ, ਜਦੋਂ ਦਾ ਜਨਮ ਮਰਨ ਕੱਟਿਆ ਗਿਆ ਤੇ ਫਿਰ ਕਰਮ ਕਾਂਡ ਵੀ ਜਿਹੜੇ ਸਾਨੂੰ ਕਾਹਦੇ ਲਈ ਕਰਨੇ? ਕਰਮ ਕਾਂਡਾਂ ਤੇ ਕਰੀਦੇ ਨੇ ਸਰੀਰਾਂ ਵਾਸਤੇ। ਉਹ ਜੰਮ ਪਿਆ ਤੇ ਸੂਤਕ ਹੈ, ਮਰ ਗਿਆ ਤੇ ਪਾਤਕ ਹੈ। ਇਦਾਂ ਹੀ ਕਰੀਦਾ ਨੇ ਕਿ ਇਹਨੇ ਜੀ ਬੱਚੇ ਨੂੰ ਜਨਮ ਦਿੱਤਾ, ਇਹਨਾਂ ਨੂੰ ਪਿਛਾਂ ਰੱਖੋ, ਇਹਨੂੰ ਚੌਂਕੇ ਨਾ ਚਾੜੋ, ਇਹ ਸੂਤਕ ਹੈ ਜੀ, ਇੰਨੇ ਦਿਨ ਇਹਦੇ ਘਰ ਵਿੱਚ ਮੌਤ ਹੋਈ ਹੈ, ਇਹਦੇ ਘਰ ਇੰਨੇ ਦਿਨ ਪਾਣੀ ਨਹੀਂ ਪੀਣਾ, ਪਾਤਕ ਹੋ ਗਿਆ। ਇਸ ਤਰ੍ਹਾਂ ਸੂਤਕ ਅਤੇ ਪਾਤਕ ਜਿਹੜੇ ਕਰਮ ਕਾਂਡ ਹਨ, ਮਹਾਰਾਜ ਕਹਿੰਦੇ ਹਨ
ਇਹਨਾਂ ਸਿੱਖਾਂ ਨੇ ਕਿਹਾ, ਉਹਨਾਂ ਪੰਡਤਾਂ ਦੇ ਤਾਈਂ, ਜਦੋਂ ਉਹਨਾਂ ਨੇ ਕਿਹਾ ਤੁਸੀਂ ਕਰਮ ਕਾਂਡ ਨਹੀਂ ਕਰਦੇ, ਭ੍ਰਿਸ਼ਟੇ ਗਏ। ਕਹਿੰਦੇ ਇਹ ਕਰਮ ਦੇ ਨਾਲ ਮਹਾਨ ਸਤਿਗੁਰੂ ਮਿਲਿਆ, ਉਹਨੇ ਅਗਿਆਨਤਾ ਰੂਪੀ ਪਿਤਾ ਨੂੰ ਮਾਰ ਕੇ ਗਿਆਨ ਰੂਪੀ ਸਪੁੱਤਰ ਨੂੰ ਜਨਮ ਦਿੱਤਾ ਹੈ, ਤੇ ਫਿਰ ਹੁਣ ਜਨਮ ਮਰਨ ਉਹਨੇ ਗੁਰੂ ਨੇ ਕੱਟ ਦਿੱਤਾ। ਹੁਣ ਅਸੀਂ ਕਰਮ ਕਾਂਡ ਕਾਹਦੇ ਵਾਸਤੇ ਕਰਨੇ ਹਨ? ਨਹੀਂ ਕਰਮ ਲੇਖੇ ਸੋ ਲਗੰਤੇ। ਜਿਹੜੇ ਕਰਮ ਨਾਮ ਤੋਂ ਦੂਰ ਜਾ ਕੇ ਕੀਤੇ ਜਾਂਦੇ, ਉਹ ਕਰਮ ਕਿਸੇ ਲੇਖੇ ਵਿੱਚ ਨਹੀਂ ਪੈਂਦੇ। ਗੁਰੂ ਸਾਹਿਬ ਜੀ ਦਾ ਬਚਨ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚਖਣਾ ਝਾਕ। ਇੱਕੋ ਗੱਲ ਲੇਖੇ ਵਿੱਚ ਪੈਂਦੀ ਆ, ਉਹ ਕੀ? ਨਾਮ ਜਪਿਆ ਕਿ ਨਹੀਂ ਜਪਿਆ। ਬਾਕੀ ਤਾਂ ਸਾਰੇ ਕਰਮ ਕਾਂਡ ਇੰਜ ਕਹਿ ਲਓ ਸਿਫਰਾਂ ਹਨ। ਇਹ ਦੇਖਿਆ ਜਾਂਦਾ ਇਹਨੇ ਨਾਮ ਜਪਿਆ ਕਿ ਨਹੀਂ। ਮਹਾਰਾਜ ਕਹਿੰਦੇ ਜਿਹੜੇ ਜਪ ਕੇ ਜਾਂਦੇ ਨੇ, ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਮ। ਜਿਹਨੇ ਆਪਣੇ ਮਨ ਵਿੱਚ ਸੱਚੇ ਨਾਮ ਨੂੰ ਵਸਾ ਲਿਆ ਸੀ, ਉਹਦੇ ਮੱਥੇ ਉੱਤੇ ਫਿਰ ਜਸ ਦੇ ਟਿੱਕੇ ਲੱਗਦੇ ਨੇ, ਤੇ ਬਾਕੀਆਂ ਨੂੰ ਫਿਰ ਪਰਲੋਕ ਵਿੱਚ ਜੋ ਦਸ਼ਾ ਹੁੰਦੀ ਹੈ ਉਹ ਸਾਨੂੰ ਧਰਮ ਗ੍ਰੰਥ ਦੱਸਦੇ ਹੀ ਹਨ। ਇਸ ਲਈ ਇਹ ਸਿੱਖ ਕਹਿਣ ਲੱਗੇ, ਜਦੋਂ ਸਾਡੇ ਅੰਦਰ ਬ੍ਰਹਮ ਗਿਆਨ ਰੂਪੀ ਪਿਤਾ ਨੇ ਪੁੱਤਰ ਨੇ ਜਨਮ ਲਿਆ, ਤੇ ਫਿਰ ਜਨਮ ਮਰਨ ਮਿਟ ਗਿਆ। ਕਰਮ ਕਾਂਡ ਕਾਹਦੇ ਵਾਸਤੇ ਕਰਨੇ ਨੇ? ਕਿਉਂਕਿ ਇਹ ਜਿੰਨੇ ਵੀ ਕਰਮ ਫਿਰ ਲਿਖੇ ਵਿੱਚ ਨਹੀਂ ਪੈਂਦੇ। ਹਾਂਜੀ, ਜਿਨ ਕੇ ਸੂਤਕ ਹੋਤ ਪਨੰਤੇ। ਜਿਨ੍ਹਾਂ ਦੇ ਕਿਹਾ ਸੂਤਕ ਹੋ ਜਾਂਦੇ ਹਾਂ ਹੋ। ਤੁਮ ਤੇ ਹੀ ਹਮ ਸੁਨ ਇਸ ਭਾਂਤ। ਕਹਿੰਦੇ ਤੁਹਾਡੇ ਤੋਂ ਹੀ ਅਸੀਂ ਇਸ ਤਰ੍ਹਾਂ ਸੁਣਿਆ ਹੈ। ਤਿਆਗੇ ਕਰਮ ਜਾਨ ਬਖਿਆਤ। ਤੇ ਫਿਰ ਅਸੀਂ ਇਹ ਜਿਹੜੇ ਕਰਮ ਹਨ ਬਖਿਆਤ ਪ੍ਰਗਟ ਤੌਰ ਤੇ ਤਿਆਗ ਦਿੱਤੇ ਹਨ। ਕਹੋ ਜੇ ਸੂਤਕ ਥੋਰੋ ਰਹੈ। ਜੇ ਕਹੋ ਸੂਤਕ ਤਾਂ ਥੋੜਾ ਚਿਰ ਰਹਿੰਦਾ ਹੈ। ਗੁਰ ਕੀ ਆਗਿਆ ਇਸ ਬਿਦ ਆਹੈ। ਪਰ ਗੁਰੂ ਸਾਹਿਬ ਜੀ ਦੀ ਆਗਿਆ ਇਸ ਤਰ੍ਹਾਂ ਹੈ, ਨਾਭੀ ਤੇ ਜਬ ਉਪਜੈ ਸਵਾਸ। ਜਦੋਂ ਨਾਭੀ ਦੇ ਅੰਦਰੋਂ ਸਾਹ ਜਨਮ ਲੈਂਦੇ ਹਨ, ਤਬ ਤੋ ਜਨਮ ਸੋ ਹੋਤ ਪ੍ਰਕਾਸ਼। ਉਦੋਂ ਫਿਰ ਜਨਮ ਹੁੰਦਾ ਹੈ, ਅੰਦਰ ਪ੍ਰਕਾਸ਼ ਹੁੰਦਾ ਹੈ। ਵਹਿਰ ਨਾਸਕਾ ਤੇ ਨਿਕਸਾਏ। ਜਦੋਂ ਸਾਹ ਨਾਸਕਾ ਤੋਂ ਨੱਕ ਰਾਹੀਂ ਬਾਹਰ ਕੱਢ ਦਈਦੇ ਹਨ, ਤਬ ਤਿਨ ਕੋ ਮਰਨੋ ਹੋਏ ਜਾਏ। ਫਿਰ ਇਹਨਾਂ ਸਵਾਸਾਂ ਦਾ ਮਰਨਾ ਹੋ ਜਾਂਦਾ ਹੈ। ਸੂਤਕ ਬਿਨਾ ਕਰਮ ਕੋ ਸਮੈ। ਇਹ ਦੱਸੋ ਫਿਰ ਸੂਤਕ ਕਰਨ ਦਾ, ਇਹ ਮੰਨਣ ਦਾ ਕਿਹੜਾ ਸਮਾਂ ਹੈ? ਰਹੇ ਵਿਚਾਰ ਨਾ ਪ੍ਰਾਪਤ ਹਮੈ। ਤੇ ਇਸ ਤਰ੍ਹਾਂ ਵਿਚਾਰ ਕਰਦੇ ਰਹੀਏ ਤੇ ਫਿਰ ਸਾਨੂੰ ਕੁਝ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਕਹਿਣ ਲੱਗੇ ਉਹਨਾਂ ਪੰਡਤਾਂ ਨੂੰ, ਕਿਉਂਕਿ ਜਦੋਂ ਜਨਮ ਲਿਆ ਕਿਸੇ ਨੇ ਕਹਿੰਦੇ ਜੀ ਸੂਤਕ ਹੈ, ਜਦੋਂ ਮੌਤ ਹੋਈ ਕਹਿੰਦੇ ਪਾਤਕ ਹੈ। ਸਿੱਖ ਕਹਿਣ ਲੱਗੇ ਸਾਡੇ ਗੁਰੂ ਸਾਹਿਬ ਨੇ ਤਾਂ ਸਾਨੂੰ ਦੱਸਿਆ ਜਦੋਂ ਸਾਹ ਜੀਵ ਨਾਭੀ ਰਾਹੀਂ ਲੈਂਦਾ ਹੈ ਉਦੋਂ ਫਿਰ ਸੂਤਕ ਹੁੰਦਾ ਹੈ, ਕਿਉਂਕਿ ਜਨਮ ਹੋਇਆ ਅੰਦਰ ਸਾਹ ਸਾਨੂੰ ਮਿਲੇ ਨੇ, ਤੇ ਜਦੋਂ ਸਾਹ ਬਾਹਰ ਨਿਕਲਿਆ ਤੇ ਫਿਰ ਉਹਦੀ ਮੌਤ ਹੋਈ, ਫਿਰ ਪਾਤਕ ਹੋ ਗਿਆ। ਜੇ ਇਸ ਤਰ੍ਹਾਂ ਵਿਚਾਰੀਏ ਤੇ ਇਹਨਾਂ ਤੇ ਸਮਾਂ ਹੀ ਹੈ ਨਹੀਂ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣ। ਇਸ ਲਈ ਜੇ ਸਮਾਂ ਹੋਵੇ ਤਾਂ ਫਿਰ ਇਹਨੇ ਕਰਮਕਾਂਡ ਕਰੀਏ। ਪੁਰਾਣਾ ਸਮਾਂ ਸੀ, ਉਦੋਂ ਲੋਕਾਂ ਕੋਲ ਬਹੁਤਾ ਖੁੱਲਾ ਸਮਾਂ ਸੀ। ਸਤਿਯੁਗ 7 ਤੇਤਾ ਜੱਗੀ ਦੁਆਪਰ ਪੂਜਾ 4 ਲੱਖਾਂ ਸਾਲ ਉਮਰ, ਫਿਰ ਹਜ਼ਾਰਾਂ ਸਾਲ, ਤੇ ਫਿਰ ਜਿਹੜੀ ਸੀ ਉਮਰ ਹੁਣ ਰਹਿ ਹੀ ਗਿਣਤੀ ਦੀ ਕਿੰਨੀ ਕੁ ਗਈ। ਸਤਿਯੁਗ 7 ਉਦੋਂ 7 ਪ੍ਰਧਾਨ ਸੀ। ਤੇਤਾ ਜੱਗੀ ਤ੍ਰੇਤੇ ਵਿੱਚ ਜੱਗ ਕਰਦੇ ਸੀ ਕਿਉਂਕਿ ਬਹੁਤ ਸਮਾਂ ਸੀ ਲੋਕਾਂ ਕੋਲ। ਤੇ ਦੁਆਪਰ ਪੂਜਾ 4 ਦੁਆਪਰ ਵਿੱਚ ਕੁਝ ਸਮਾਂ ਰਿਹਾ ਤੇ ਪੂਜਾ ਕਰਨ ਲੱਗ ਪਏ। ਪਰ ਹੁਣ ਤਿੰਨੋਂ ਯੁੱਗ ਤਿੰਨੋਂ ਦਿੜੇ ਤਿੰਨੇ ਯੁੱਗ ਚਲੇ ਗਏ ਨੇ। ਕੱਲ ਕੇਵਲ ਨਾਮ ਆਧਾਰ। ਕਲਯੁੱਗ ਵਿੱਚ ਤਾਂ ਹੁਣ ਨਾਮ ਦਾ ਹੀ ਆਸਰਾ ਹੈ। ਪੁਰਾਣਾ ਸਮਾਂ ਦੇਖੀਏ ਤਾਂ 100 ਸਾਲ ਕੋਈ ਜੀ ਲੈਂਦਾ ਸੀ, ਹੁਣ ਹੌਲੀ ਹੌਲੀ ਉਮਰ ਘਟਦੀ ਜਾ ਰਹੀ। ਜਦੋਂ ਉਮਰ ਹੀ ਬਹੁਤ ਥੋੜੀ ਰਹਿ ਗਈ ਹੈ ਤੇ ਫਿਰ ਹੁਣ ਇੰਨੇ ਕਰਮਕਾਂਡ ਕਰਨ ਦਾ ਕਿਹਦੇ ਕੋਲ ਸਮਾਂ ਹੈ। ਕੱਲ ਕੇਵਲ ਨਾਮ ਆਧਾਰ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨੁਰੁੱਤ ਨਾਹੀ ਨਾਹੀ ਮਤ ਪਰਮ ਭੂਲੋ ਭੂਲੋ। ਹੁਣ ਨਾਮ ਬੀਜਣ ਦਾ ਸਮਾਂ ਹੈ। ਇਹ ਜੇ ਸਮਾਂ ਹੋਰ ਹੋਵੇ ਤੇ ਫਸਲ ਹੋਰ ਬੀਜੀਏ। ਕੁਰਤਾ ਬੀਜ ਬੀਜੈ ਨਹੀਂ ਜੰਮੈ, ਸਭ ਲਾਹਾ ਮੂਲ ਗਵਾਏਂਦਾ। ਬੀਜ ਵੀ ਗਿਆ, ਸਮਾਂ ਵੀ ਖਰਾਬ ਹੋ ਗਿਆ ਤੇ ਮਿਲਣਾ ਵੀ ਕੁਝ ਨਹੀਂ। ਇਸ ਲਈ ਹੁਣ ਨਾਮ ਬੀਜਣ ਦਾ ਸਮਾਂ ਬਹੁਤ ਥੋੜਾ ਸਮਾਂ ਹੈ। ਇਸ ਲਈ ਸਾਡੇ ਗੁਰੂ ਸਾਹਿਬ ਨੇ ਤਾਂ ਸਾਨੂੰ ਸਿੱਖਿਆ ਦਿੱਤੀ ਹੈ ਕਿ ਨਾਮ ਸਭ ਤੋਂ ਉੱਤਮ ਹੈ। ਜੇ ਕਰਮ ਕਾਂਡ ਕਰੀਏ ਤੇ ਇੰਨਾ ਸਮਾਂ ਕਿਸ ਕੋਲ ਹੈ। ਜੇ ਤੁਸੀਂ ਕਹਿੰਦੇ ਹੋ ਜਨਮ ਲੈਣ ਨਾਲ ਸੂਤਕ ਹੈ, ਮੌਤ ਨਾਲ ਪਾਤਕ ਹੈ, ਇੰਨੇ ਦਿਨ ਇਸ ਤਰ੍ਹਾਂ ਕੱਢ ਦੋ ਕਰਮ ਕਾਂਡ ਕਰਦੇ ਆ, ਫਿਰ ਤਾਂ ਹਰੇਕ ਸਾਹ ਅੰਦਰ ਜਨਮ ਲੈ ਰਿਹਾ ਤੇ ਸੂਤਕ ਹੋ ਰਿਹਾ, ਤੇ ਜਦੋਂ ਸਾਹ ਬਾਹਰ ਜਾ ਰਹੇ ਨੇ ਤੇ ਪਾਤਕ ਹੋ ਰਹੇ। ਮਹਾਰਾਜ ਕਹਿੰਦੇ ਗੋਹਾ ਆਤਾ ਲੱਕੜੀ ਅੰਦਰ ਕੀੜਾ ਹੋਏ। ਫਿਰ ਤਾਂ ਗੋਹੇ ਵਿੱਚ ਤੇ ਲੱਕੜਾਂ ਵਿੱਚ ਕੀੜੇ ਨੇ। ਕਿੰਨਾ ਸੂਤਕ ਪਾਤਕ ਰਸੋਈ ਦੇ ਵਿੱਚ ਹਰ ਰੋਜ਼ ਤੁਸੀਂ ਕਰ ਰਹੇ ਹੋ।
ਕਦੇ ਵਿਚਾਰਿਆ? ਜੇ ਵਿਚਾਰਨ ਲੱਗੀਏ ਤੇ ਇਹਨਾਂ ਕਰਮ ਕਾਂਡਾਂ ਦਾ ਸਮਾਂ ਨਹੀਂ ਹੈ। ਸਵਾਸ ਸਵਾਸ ਮਹਿ ਨਾਮ ਆਧਾਰਾ। ਇਸ ਲਈ ਸਾਨੂੰ ਗੁਰੂ ਸਾਹਿਬ ਨੇ ਕਿਹਾ ਹੈ ਕਿ ਆਪਣਾ ਸਵਾਸ ਨਾਮ ਸੰਭਾਲੋ। ਇੰਨਾ ਕੀ ਸਮਾਂ ਬਸ, ਇੰਨੇ ਕੁ ਸਵਾਸ ਸੰਭਾਲ ਲਈਏ। ਸੰਭਲਣਗੇ ਤਾਂ ਜੇ ਸਵਾਸ ਅਸੀਂ ਨਾਮ ਵੱਲ ਲਾ ਦਈਏ। ਇਹਨੂੰ ਬਾਣੀ ਦਾ ਆਸਰਾ, ਓਟ ਆਸਰਾ ਬਾਣੀ ਦਾ ਲਈਏ। ਰਾਖਤ ਹੈ ਸਤਿਗੁਰੂ ਉਚਾਰਾ। ਤੇ ਅਸੀਂ ਹਮੇਸ਼ਾ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ, ਅਸੀਂ ਸਵਾਸ ਨਾਮ ਹੀ ਉਚਾਰਦੇ ਹਾਂ। ਸੁਨਤ ਵਿਪਰ ਤੂਸ਼ਨ ਹੋਏ ਰਹੇ। ਜਦੋਂ ਇਹਨਾਂ ਸਿੱਖਾਂ ਪਾਸੋਂ ਇਹਨਾਂ ਪੰਡਤਾਂ ਨੇ ਉੱਤਰ ਸੁਣਿਆ ਨਾ, ਸੁਣ ਕੇ ਚੁੱਪ ਕਰ ਗਏ। ਇਸ ਤਰ੍ਹਾਂ ਗੁਰਸਿੱਖਾਂ ਨੇ ਉੱਤਰ ਦਿੱਤਾ ਹੈ ਕਿ ਤੁਸੀਂ ਕਰਮ ਕਾਂਡਾਂ ਚ ਲਾ ਕੇ ਸਮਾਂ ਕਿਉਂ ਖਰਾਬ ਕਰ ਰਹੇ ਹੋ? ਸਾਨੂੰ ਮਹਾਨ ਗੁਰੂ ਮਿਲਿਆ, ਉਹ ਕਹਿੰਦਾ ਸਵਾਸ ਨਾਮ ਸੰਭਾਲੋ ਤੇ ਤੁਹਾਡੇ ਸਾਰੇ ਹੀ ਸਾਹ ਸਫਲੇ ਨੇ, ਤੁਹਾਡੇ ਸਾਰੇ ਹੀ ਕਰਮ ਇਹਦੇ ਵਿੱਚ ਆ ਜਾਂਦੇ ਹਨ। ਰਹੇ ਵਿਚਾਰ ਨਾ ਉੱਤਰ ਲਹੇ। ਮਨ ਵਿੱਚ ਵਿਚਾਰਨ ਰਹੇ ਨੇ, ਪਰ ਕਿਸੇ ਗੱਲ ਦਾ ਹੋਰ ਉੱਤਰ ਇਹਨਾਂ ਨੇ ਨਹੀਂ ਮੰਗਿਆ। ਹੁਤੋ ਪਾਠਕਾ ਨਾਮ ਤਲੋਕਾ। ਇਹ ਗੁਰਸਿੱਖਾਂ ਦੇ ਨਾਮ ਹਨ, ਭਾਈ ਪਾਠਕਾ ਜੀ ਤੇ ਭਾਈ ਤਲੋਕਾ ਜੀ। ਤੋਤਾ ਮਹਿਤਾ ਜਿਸ ਮਨ ਰੋਕਾ। ਭਾਈ ਤੋਤਾ ਭਾਈ ਮਹਿਤਾ ਜੀ ਜਿਨ੍ਹਾਂ ਨੇ ਆਪਣੇ ਮਨ ਨੂੰ ਰੋਕਿਆ ਹੋਇਆ ਹੈ। ਦਰਸ਼ਨ ਸ੍ਰੀ ਅਰਜਨ ਕੇ ਆਏ। ਇਹ ਸਾਰੇ ਸਿੱਖ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਏ ਹਨ। ਪਦ ਸਮ ਪਦਮ ਮਨ ਸੀਸ ਨਿਵਾਏ। ਸਤਿਗੁਰੂ ਜੀ ਦੇ ਚਰਨਾਂ ਕਮਲਾਂ ਉੱਤੇ ਇਹਨਾਂ ਨੇ ਆ ਕੇ ਨਮਸਕਾਰ ਕੀਤੀ ਹੈ। ਹਾਥ ਜੋੜ ਮੁਖ ਬਾਕ ਉਚਾਰਾ। ਹੱਥ ਜੋੜ ਕੇ ਸਿੱਖ ਗੁਰੂ ਸਾਹਿਬ ਨੂੰ ਬੇਨਤੀ ਕਰਨ ਲੱਗੇ। ਸ੍ਰੀ ਸਤਿਗੁਰ ਉਪਦੇਸ਼ ਤੁਮਾਰਾ। ਸਤਿਗੁਰੂ ਜੀ ਆਪ ਜੀ ਦਾ ਉੱਤਮ ਉਪਦੇਸ਼। ਰਾਮ ਨਾਮ ਸਿਮਰੋ ਲਿਵ ਲਾਈ। ਇਹ ਉਪਦੇਸ਼ ਹੈ ਕਿ ਲਿਵ ਲਾ ਕੇ ਸੁਰਤ ਜੋੜ ਕੇ ਪਰਮੇਸ਼ਰ ਦੇ ਨਾਮ ਦਾ ਜਾਪ ਕਰੋ। ਇਸ ਤੇ ਨਹੀਂ ਨਰਕ ਮਹਿ ਜਾਈ। ਤੇ ਜੇ ਜੀਵ ਨਾਮ ਜਪੇਗਾ ਤੇ ਫਿਰ ਉਹ ਨਰਕਾਂ ਵਿੱਚ ਨਹੀਂ ਜਾਵੇਗਾ। ਇਮ ਸੁਨ ਵਿਪਰ ਤਰਕ ਨਾ ਕਰੈ। ਪਰ ਮਹਾਰਾਜ ਜਦੋਂ ਅਸੀਂ ਇਕੱਲਾ ਨਾਮ ਜਪਦੇ ਹਾਂ ਨਾ, ਤੇ ਫਿਰ ਕੁਝ ਜਿਹੜੇ ਵਿਪਰ ਪੰਡਤ ਹਨ ਇਹ ਸੁਣ ਕੇ ਸਾਨੂੰ ਤਰਕ ਕਰਦੇ ਹਨ। ਜੇ ਸਿਮਰਨ ਤੇ ਨਰਕ ਨਾ ਪਰੈ। ਉਹ ਕਹਿੰਦੇ ਹਨ ਕਿ ਜੇ ਸਿਮਰਨ ਕਰਨ ਦੇ ਨਾਲ ਜੀਵ ਨਰਕਾਂ ਨੂੰ ਨਹੀਂ ਜਾਂਦਾ। ਸਭ ਜਗ ਰਾਮ ਨਾਮ ਕੋ ਲੀਤ। ਫਿਰ ਸਾਰਾ ਜਗਤ ਹੀ ਜਿਹੜਾ ਹੈ, ਭਾਵੇਂ ਕੋਈ ਜਿੱਦਾਂ ਵੀ ਜਪਦਾ ਹੈ, ਕੋਈ ਹਰੇਕ ਬੰਦਾ ਇਹ ਰਸਨਾ ਤੋਂ ਕਹਿ ਹੀ ਦਿੰਦਾ ਹੈ ਰਾਮ ਰਾਮ, ਜਾਂ ਪਰਮੇਸ਼ਰ ਦਾ ਕੋਈ ਆਪੋ ਆਪਣੇ ਢੰਗ ਨਾਲ ਉਹ ਨਾਮ ਜਪ ਰਿਹਾ ਹੈ। ਕਿਉ ਪੁਨ ਨਰਕ ਪਾਏ ਕਰ ਦੇਤ। ਫਿਰ ਉਹ ਜੀਵ ਨਰਕਾਂ ਨੂੰ ਕਿਉਂ ਜਾਂਦੇ ਨੇ? ਇਹ ਮਹਾਰਾਜ ਸਾਨੂੰ ਤਰਕ ਕਰਦੇ ਨੇ ਕਿ ਜੇ ਨਾਮ ਦੇ ਨਾਲ ਨਰਕ ਨਹੀਂ ਜਾਈਦਾ ਤੇ ਫਿਰ ਇਹ ਦੱਸੋ ਕਿ ਇੰਨੇ ਲੋਕ ਜੀਵ ਸੰਸਾਰ ਵਿੱਚ ਕੋਈ ਨਾ ਕੋਈ ਰਸਨਾ ਨਾਲ ਕਹਿ ਦਿੰਦਾ ਹੈ, ਨਾਮ ਜਪ ਹੀ ਲੈਂਦਾ ਹੈ, ਉਹ ਨਰਕਾਂ ਨੂੰ ਕਿਉਂ ਜਾਂਦਾ ਹੈ? ਜੇ ਇਹ ਸਾਚ ਹੋਏ ਜਿਮ ਕਹੈ। ਮਹਾਰਾਜ ਜੀ ਇਹਨਾਂ ਦੇ ਕਿਆ ਇਸ ਤਰ੍ਹਾਂ ਸੱਚ ਹੈ? ਕਿਉ ਪ੍ਰਭ ਨਰਕ ਬਨਾਵਨ ਚਾਹੈ। ਫਿਰ ਪਰਮਾਤਮਾ ਨੇ ਇਹ ਨਰਕ ਬਣਾਏ ਵੀ ਕਿਉਂ ਹਨ? ਸਗਰੇ ਮੁਕਤ ਪਾਏ ਜਪ ਰਾਮ। ਜੇ ਸਾਰੇ ਨਾਮ ਜਪਦੇ ਨੇ ਤੇ ਫਿਰ ਉਹ ਮੁਕਤ ਹੋ ਜਾਣੇ ਚਾਹੀਦੇ ਹਨ। ਨਿਸ਼ਫਲ ਕਰੇ ਸੁਰਗ ਕੇ ਧਾਮ। ਫਿਰ ਜਿਹੜੇ ਸੁਰਗ ਵੀ ਬਣੇ ਹਨ ਉਹ ਵੀ ਨਿਸ਼ਫਲ ਖਾਲੀ ਹੀ ਹਨ, ਬਿਰਥੇ ਹਨ। ਨਰਕ ਸੁਰਗ ਦੋਨੋਂ ਨਹੀਂ ਚਾਹੀਏ। ਇਹ ਨਰਕ ਅਤੇ ਸੁਰਗ ਦੋਨੋਂ ਹੀ ਨਹੀਂ ਚਾਹੀਦੇ ਪਰਮਾਤਮਾ ਨੂੰ ਬਣਾਉਣੇ। ਜੇ ਸਿਮਰਨ ਤੇ ਮੁਕਤੀ ਲਹੀਐ। ਜੇ ਸਿਮਰਨ ਕਰਨ ਦੇ ਨਾਲ ਜੀਵ ਨੂੰ ਮੁਕਤੀ ਮਿਲ ਜਾਂਦੀ, ਉਹਦੀ ਕਲਿਆਣ ਹੋ ਜਾਂਦੀ ਹੈ। ਸੁਨ ਸ੍ਰੀ ਮੁਕਤੇ ਬਾਕ ਉਚਾਰੇ। ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਇਹਨਾਂ ਨੂੰ ਉੱਤਰ ਦਿੱਤਾ ਹੈ। ਨਿਸ਼ਚੈ ਰਾਮ ਜਪਤ ਹੈ ਸਾਰੇ। ਮਹਾਰਾਜ ਕਹਿੰਦੇ ਜਿਹੜੇ ਭਰੋਸੇ ਕਰਕੇ ਨਾਮ ਜਪਦੇ ਹਨ। ਨਹਿ ਪ੍ਰਤੀਤ ਅਰ ਮਨ ਨਾ ਇਕਾਗਰ। ਮਹਾਰਾਜ ਕਹਿੰਦੇ ਤੁਹਾਡੀ ਗੱਲ ਯਕੀਨਨ ਸਹੀ ਹੋ ਸਕਦੀ ਹੈ ਇਹ ਕਿ ਨਾਮ ਰਸਨਾ ਦੇ ਨਾਲ ਹਰੇਕ ਬੰਦਾ ਹੀ ਕਹਿ ਹੀ ਦਿੰਦਾ ਹੈ ਕਿ ਕੋਈ ਨਾ ਕੋਈ ਰਾਮ ਨਾਮ ਮੂੰਹੋਂ ਜਪ ਹੀ ਦਿੰਦਾ ਹੈ, ਪਰ ਗੁਰੂ ਸਾਹਿਬ ਜੀ ਅੱਗੇ ਕਹਿੰਦੇ ਹਨ ਕਿ ਉਹਨਾਂ ਨੂੰ ਨਹਿ ਪ੍ਰਤੀਤ ਅਰ ਮਨ ਨਾ ਇਕਾਗਰ, ਪਰ ਮਨ ਨੂੰ ਟਿਕਾਇਆ ਹੀ ਨਹੀਂ ਤੇ ਨਾਮ ਦੇ ਉੱਤੇ ਭਰੋਸਾ ਹੀ ਨਹੀਂ ਬਣਿਆ। ਹੁਣ ਖੇਡ ਤਾਂ ਬਣਨੀ ਅੱਗੇ ਭਰੋਸੇ ਦੇ ਨਾਲ। ਚਲੋ ਕਿਸੇ ਨੇ ਕਿਹਾ ਨਾਮ ਜਪ ਲੈ ਤੇ ਕੋਈ ਕਹਿੰਦਾ ਕਿ ਮੈਂ ਵੀ ਜਪ ਲੈਣਾ ਰਾਮ ਨਾਮ, ਪਰ ਹਲੇ ਤੱਕ ਭਰੋਸਾ ਹੀ ਨਹੀਂ ਬਣਿਆ। ਕਿਉਂਕਿ ਭਰੋਸੇ ਵਾਲਾ ਇਹ ਤਾਂ ਖੇਡ ਪ੍ਰੇਮ ਦੀ ਹੈ ਨਾ। ਜਿਹਨੇ ਪ੍ਰੇਮ ਕੀਤਾ ਪਰਮਾਤਮਾ ਨਾਲ, ਉਹਦੇ ਨਾਮ ਦੇ ਨਾਲ, ਹੁਣ ਪਿਆਰ ਹੋਵੇ ਤਾਂ ਕੋਈ ਚੀਜ਼ ਭੁੱਲਦੀ ਨਹੀਂ। ਪਰ ਭਾਵੇਂ ਸਾਨੂੰ ਥੋੜੇ ਤੋਂ ਥੋੜਾ ਸਮਾਂ ਕਿਹਾ ਬਹਿ ਕੇ ਜਪ, ਪਰ ਉਹ ਤਾਂ ਕਿਹਾ ਕਿਤੇ ਥੋੜਾ ਥੋੜਾ ਜਪਦਿਆਂ ਐਸੀ ਪ੍ਰੀਤੀ ਬਣੇ, ਅੱਠੇ ਪੈਰੀ ਤੋਂ ਅਭਿਆਸ ਕਰਨ ਲੱਗ ਪਏ। ਫਿਰ ਮਹਾਰਾਜ ਕਹਿੰਦੇ ਨੇ ਕਾਲ ਫਾਂਸ ਕੇ ਵਿੱਚ ਨਾ ਆਇਓ। ਇਹ ਨਾਮ ਵਿੱਚ ਤਾਕਤ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਇਹ ਸਿੱਖ ਕਹਿਣ ਲੱਗੇ ਕਿ ਉਹ ਪੰਡਤ ਤਰਕ ਕਰਦੇ
ਕਿ ਫਿਰ ਨਾਮ ਜਪਦੇ ਨੇ ਤੇ ਨਰਕ ਜਿਹੜੇ ਹਨ ਉਹ ਕਿਉਂ ਜਾ ਰਹੀ ਇੰਨੀ ਦੁਨੀਆ। ਤੇ ਫਿਰ ਮਹਾਰਾਜ ਸਾਨੂੰ ਇਹ ਵੀ ਦੱਸੋ ਕਿ ਸਵਰਗ ਜਿਹੜੇ ਨੇ ਉਹ ਵੀ ਕਿਉਂ ਬਣੇ ਹਨ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਠੀਕ ਹੈ ਉਹਨਾਂ ਦੀ ਗੱਲ ਕਿ ਲੋਕ ਨਾਮ ਜਪਦੇ ਨੇ, ਪਰ ਅਗਲੀ ਗੱਲ ਜਿਹੜੀ ਕਮਾਉਣ ਵਾਲੀ ਉਹ ਇਹ ਹੈ, ਨਹਿ ਪ੍ਰਤੀਤ ਅਰ ਮਨ ਨਾ ਇਕਾਗਰ। ਨਾਮ ਤੇ ਤਾਂ ਹਲੇ ਤੱਕ ਭਰੋਸਾ ਹੀ ਨਹੀਂ ਬਣਿਆ। ਇਹ ਸਾਨੂੰ ਬਾਣੀ ਦੇ ਵਿੱਚ ਬਚਨ ਵੀ ਆਪਾਂ ਹੀ ਪੜ੍ਹਦੇ ਹਾਂ, ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲੱਗੋ ਭਾਉ। ਮਹਾਰਾਜ ਕਹਿੰਦੇ ਉਸ ਨੂੰ ਸੁਖ ਸੁਪਨਾ ਨਹੀਂ, ਭਾਵੇਂ 100 ਗੇੜਾ ਆਵੋ ਜਾਓ। ਜੇ ਭਰੋਸਾ ਹੀ ਨਹੀਂ, ਪ੍ਰਤੀਤ ਨਾ ਆਈਆ, ਹਲੇ ਗੁਰੂ ਦੇ ਉਪਦੇਸ਼ ਦੇ ਨਾਲ ਮਨ ਵਿੱਚ ਪ੍ਰੇਮ ਹੀ ਨਹੀਂ ਬਣਿਆ। ਪ੍ਰੇਮ ਪ੍ਰੀਤ ਤੇ ਪ੍ਰਤੀਤ ਇਹਨਾਂ ਦਾ ਆਪਸੀ ਗੂੜਾ ਸੰਬੰਧ ਹੈ। ਜੇ ਪ੍ਰੀਤ ਹੋਵੇਗੀ ਤੇ ਪ੍ਰਤੀਤ ਬਣੇਗੀ, ਭਰੋਸਾ। ਤੇ ਜੇ ਅੰਦਰ ਪ੍ਰੀਤ ਹੀ ਨਹੀਂ, ਪ੍ਰੇਮ ਹੀ ਨਹੀਂ, ਤੇ ਫਿਰ ਪ੍ਰਤੀਤ ਭਰੋਸਾ ਵੀ ਨਹੀਂ ਜੇ ਬਣਦਾ। ਤੇ ਕੱਲੀਆਂ ਗੱਲਾਂ ਕਹਿ ਕਹਿ ਕੇ ਸੁਣਾਈ ਜਾਈਏ, ਪਰ ਹਲੇ ਪ੍ਰਤੀਤ ਭਰੋਸਾ ਹੀ ਨਾ ਬਣੇ। ਤੇ ਜਿੰਨਾ ਚਿਰ ਭਰੋਸਾ ਨਹੀਂ ਬਣਿਆ ਉਹਨਾਂ ਚਿਰ ਮਨ ਇਕਾਗਰ ਨਹੀਂ ਹੁੰਦਾ, ਮਨ ਟਿਕਦਾ ਨਹੀਂ ਹੈ। ਕਿਮ ਕਲਿਆਣਹਿ ਪਾਏ ਉਜਾਗਰ। ਫਿਰ ਸਤਿਗੁਰੂ ਜੀ ਕਹਿੰਦੇ ਪ੍ਰਗਟ ਤੌਰ ਤੇ ਉਹਨਾਂ ਨੂੰ ਕਲਿਆਣ ਕਿਸ ਤਰ੍ਹਾਂ ਮਿਲੇਗੀ। ਖੇਡ ਤਾਂ ਬਣਨੀ ਹੈ ਮਨ ਦੀ ਇਕਾਗਰਤਾ ਦੇ ਨਾਲ ਤੇ ਮਨ ਦੇ ਵਿੱਚ ਭਰੋਸਾ ਬਣਨ ਦੇ ਨਾਲ। ਨਾਮ ਦੇ ਨਾਲ ਭਰੋਸਾ ਬਣ ਗਿਆ। ਜਿਨ੍ਹਾਂ ਨੂੰ ਭਰੋਸਾ ਸੀ ਉਹਨਾਂ ਬਾਰੇ ਸਤਿਗੁਰੂ ਅੱਗੇ ਦੱਸਦੇ ਹਨ, ਕਹੋ ਦਿਜਨ ਸੰਗ ਇਹੋ ਬਿਰਤਾਂਤ। ਮਹਾਰਾਜ ਕਹਿੰਦੇ ਜਾਓ ਉਹਨਾਂ ਦਿਜਨ ਪੰਡਤਾਂ ਦੇ ਤਾਈਂ ਇਹ ਤੁਸੀਂ ਬਿਰਤਾਂਤ ਦੱਸੋ। ਰਾਖਸ਼ ਗਹਿਓ ਮਰਦਾਨਾ ਜਾਤ। ਕਿਸ ਤਰ੍ਹਾਂ ਰਾਖਸ਼ ਕੌਡੇ ਨੇ ਭਾਈ ਮਰਦਾਨੇ ਨੂੰ ਫੜਿਆ। ਰਾਖਸ਼ ਜਾਤ ਦਾ ਅਰਥ ਹੈ ਕਿ ਹੋ ਸਕਦਾ ਹੈ ਕਿ ਉਹਦਾ ਸਰੀਰ ਕਿਸ ਤਰ੍ਹਾਂ ਦਾ ਵੀ ਹੋਵੇ, ਪਰ ਉਹਦੀ ਰਾਖਸ਼ ਜਾਤ ਸੀ। ਤੇ ਜਾਤ ਜਿਸ ਤਰ੍ਹਾਂ ਦੇ ਜੀਵ ਦੇ ਕਰਮ ਹੋਣ ਉਸ ਤਰ੍ਹਾਂ ਦੀ ਜਾਤ ਬਣ ਜਾਂਦੀ। ਜੇ ਮਨੁੱਖ ਧਰਮੀਆਂ ਵਾਲੇ ਕਰਮ ਕਰੇ ਤੇ ਉਹ ਸੰਤ ਹੈ, ਤੇ ਜੇ ਦੈਂਤਾਂ ਵਾਲੇ ਕਰਮ ਕਰੇ ਤੇ ਉਹ ਰਾਖਸ਼ ਹੈ। ਮਾੜੇ ਕਰਮ ਕਰੇਗਾ ਤੇ ਉਹਨੂੰ ਰਾਖਸ਼ ਕਹਿੰਦੇ ਨੇ। ਇਹ ਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਮਹਾਰਾਜ ਦੀ ਬਾਣੀ ਅੰਦਰ। ਸਤਿਗੁਰੂ ਕਹਿੰਦੇ ਹਨ ਕਿ ਜਿਸ ਤਰ੍ਹਾਂ ਭਾਈ ਮਰਦਾਨੇ ਨੂੰ ਕੌਡੇ ਨੇ ਫੜਿਆ ਤੇ ਕਿਸ ਤਰ੍ਹਾਂ ਭਾਈ ਕੌਡਾ ਬਚਿਆ, ਉਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੱਸਣਗੇ। ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਭਾਈ ਮਰਦਾਨੇ ਨੂੰ ਉਹੀ ਕਿਹਾ ਨਾ, ਮਰਦਾਨੇ ਹੁਣ ਕਹਿ ਵਾਹਿਗੁਰੂ। ਬਸ ਵਾਹਿਗੁਰੂ ਕਹਿਣ ਦੇ ਨਾਲ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਜਦੋਂ ਭਰੋਸਾ ਬਣਿਆ, ਭਰੋਸੇ ਨਾਲ ਗੁਰੂ ਨਾਨਕ ਸਾਹਿਬ ਨੂੰ ਪੁਕਾਰਿਆ ਤੇ ਮਹਾਰਾਜ ਨੇ ਕਿਹਾ ਹੁਣ ਕਹਿ ਵਾਹਿਗੁਰੂ। ਫਿਰ ਭਰੋਸੇ ਨਾਲ ਪ੍ਰੇਮ ਦੇ ਨਾਲ ਜਦ ਵਾਹਿਗੁਰੂ ਕਿਹਾ ਤੇ ਤਪ ਦਾ ਕੜਾਹਾ ਵੀ ਠੰਡਾ ਸੀਤਲ ਹੋ ਗਿਆ। ਇਹ ਰਹਿੰਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਨਾਮ ਵਿੱਚ ਬਹੁਤ ਤਾਕਤ ਹੈ। ਭਾਵੇਂ ਕੋਈ ਮਤ ਵਾਲਾ ਹੈ, ਕਿਸੇ ਧਰਮ ਨਾਲ ਸੰਬੰਧ ਰੱਖਣ ਵਾਲਾ, ਪਰ ਜੇ ਕਮਾਈ ਵਾਲਾ ਤੇ ਉਹ ਕਹੇਗਾ ਪਿਆਰਿਓ ਨਾਮ ਜਪੋ। ਤੇ ਜਿਹਦੇ ਕੋਲ ਹਲੇ ਆਤਮ ਗਿਆਨ ਹੈ ਨਹੀਂ, ਉਹੀ ਕਰਮ ਕਾਂਡਾਂ ਵਿੱਚ ਪਾਵੇਗਾ ਕਿ ਤੁਸੀਂ ਅੱਜ ਆਹ ਕਰੋ ਤੇ ਅੱਜ ਕੱਲ੍ਹ ਨੂੰ ਆਹ ਕਰਿਓ ਤੇ ਪਰਸੋਂ ਨੂੰ ਆਹ ਕਰਮ ਤੁਹਾਡਾ ਲੇਖੇ 'ਚ ਪਵੇਗਾ ਨਹੀਂ। ਇਹ ਸਤਿਗੁਰੂ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਹਨ ਨਾਨਕ ਕੇ ਘਰ ਕੇਵਲ ਨਾਮ। ਗੁਰੂ ਨਾਨਕ ਸਾਹਿਬ ਜੀ ਦੇ ਘਰ ਤੇ ਕੇਵਲ ਨਾਮ ਦੀ ਹੀ ਗੱਲ ਕੀਤੀ ਹੈ। ਇਹ ਵਿਚਾਰ ਆਪਾਂ ਅਗਲੇ ਦੀਵਾਨਾਂ 'ਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ, ਅੱਗੇ ਵਾਸਤੇ ਅਸੀਸ ਦੇਣੀ। ਆਓ ਦੋ ਪੰਕਤੀਆਂ ਸਰਵਣ ਕਰੀ ਇੱਥੇ ਫਤਿਹ ਬੁਲਾਈਏ ਜੀ। ਕਹੋ ਦਿਜਨ ਸੰਗ ਇਹੋ ਬਿਰਤਾਂਤ। ਰਾਖਸ਼ ਗਹਿਓ ਮਰਦਾਨਾ ਜਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।